देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल सीनियर जर्नलिस्ट सरदार हमीर सिंह जी और सरदार जगतार सिंह जी। मैं जी आया आखदा। थैंक यू, शुक्रिया जी। ਅੱਜ ਸੁਖਪਾਲ ਸਿੰਘ ਖਹਿਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਮੌਕੇ ਉਹਨਾਂ ਦੇ ਕਾਫੀ ਸਮਰਥਕ ਵੀ ਹਾਜ਼ਰ ਸਨ, ਪਰ ਜਿਹੜਾ ਮਾਮਲਾ ਇਹਦੇ ਵਿੱਚ ਬਹੁਤ ਸੈਂਸਿਟਿਵ ਤੇ ਲਿਆ ਜਾਣ ਵਾਲਾ ਉਹ ਇਹ ਹੈ ਕਿ ਇੱਕ ਇਨਫੋਰਮੇਸ਼ਨ ਸਿੱਧੇ ਅਸਿੱਧੇ ਤਰੀਕੇ ਨਾਲ ਬਾਹਰ ਕੱਢੀ ਗਈ। ਲਗਭਗ ਇਹਨੂੰ ਐਵੇਂ ਹੀ ਮੰਨਿਆ ਜਾ ਸਕਦਾ ਕਿ ਗਵਰਨਮੈਂਟ ਦੇ ਸਰੋਤਾਂ ਤੋਂ ਹੀ ਆ ਰਹੀ ਸੀਗੀ ਕਿ ਖਹਿਰਾ ਪਿਛਲੇ ਦਿਨਾਂ ਦੇ ਵਿੱਚ ਕੈਂਸਰ ਦੇ ਇਲਾਜ ਲਈ ਬਾਹਰ ਜਾਣਾ ਚਾਹੁੰਦੇ ਸੀ। ਉਹਨਾਂ ਨੂੰ 12 ਦਿਨ ਦੀ ਆਗਿਆ ਅਦਾਲਤ ਵੱਲੋਂ ਮਿਲੀ ਵੀ ਹੋਈ ਸੀ ਤੇ ਬਹੁਤ ਸਾਰੇ ਲੋਕ ਇਸ ਮਾਮਲੇ ਨੂੰ ਇਸ ਨਜ਼ਰੀਏ ਤੋਂ ਵੀ ਦੇਖ ਰਹੇ ਆ ਕਿ ਜੇਕਰ ਸੱਚਮੁੱਚ ਕੋਈ ਇਲਾਜ ਲਈ ਹੀ ਜਾਣਾ ਚਾਹ ਰਿਹਾ ਸੀ ਤਾਂ ਇਹ ਹੋਰ ਮਾਨਵੀ ਪਹਿਲੂ, ਇਸ ਮਾਨਵੀ ਪਹਿਲੂ ਨੂੰ ਵੀ ਦਰਕਨਾਰ ਕੀਤਾ ਗਿਆ। ਇਹ ਵੀ ਇੱਕ ਵੱਖਰਾ ਇਸ਼ੂ ਹੈ। ਸੋ ਇੱਕ ਛੋਟੀ ਜਿਹੀ ਗੱਲ ਇਹਦੇ ਤੇ ਅੱਗੇ ਵਧਾ ਕੇ ਅਸੀਂ ਜਾਵਾਂਗੇ ਕਿ ਸਕਾਟਲੈਂਡ ਬ੍ਰਿਟਨ ਦੇ ਇੱਕ ਗੁਰੂ ਘਰ ਦੇ ਵਿੱਚ ਭਾਰਤੀ ਸਫੀਰ ਨੂੰ ਜਾਣ ਤੋਂ ਰੋਕਿਆ ਗਿਆ। ਇਹ ਕਿਹੜੀ ਪੋਲਿਟਿਕਸ ਹੈ? ਇਹ ਹੋ ਕੀ ਰਿਹਾ? ਆਖਰ ਸਿੱਖ ਇਸ ਤਰ੍ਹਾਂ ਦੇ ਕਦੋਂ ਦੇ ਹੋ ਗਏ? ਉਹ ਕੌਣ ਲੋਕ ਨੇ ਜਿਹੜੇ ਬਿਨਾਂ ਸੋਚੇ ਸਮਝੇ ਇਹੋ ਜਿਹੇ ਕੰਮ ਕਰ ਰਹੇ ਆ? ਇਹ ਸਵਾਲ ਡਾਇਸਪੋਰਾ 'ਚ ਵੀ ਉੱਠ ਰਿਹਾ ਔਰ ਖਾਸ ਤੌਰ ਤੇ ਇਸ ਖਿੱਤੇ ਦੇ ਵੱਡੇ ਸਵਾਲ ਆ ਕਿ ਕੀ ਉਹ ਕੋਈ ਗਣੀ ਮਿੱਥੀ ਸਾਜ਼ਿਸ਼ ਤਾਂ ਨਹੀਂ? ਇੱਕ ਵਾਰੀ ਫਿਰ ਪੰਜਾਬ ਨੂੰ ਅੱਗ ਲਾਉਣ ਦੀ ਗੱਲ ਤਾਂ ਨਹੀਂ? ਇੱਕ ਵਾਰੀ ਫਿਰ ਤੋਂ ਬਾਹਰ ਬੈਠੇ ਲੋਕਾਂ ਨੂੰ ਕਾਲੀਆਂ ਸੂਚੀਆਂ ਵਿੱਚ ਧੱਕਣ ਲਈ ਇਹ ਰਾਹ ਪੱਧਰਾ ਤਾਂ ਨਹੀਂ ਹੋ ਰਿਹਾ? ਖੈਰ, ਆਪਾਂ ਇਹ ਤੀਜੇ ਮਸਲੇ ਤੇ ਜ਼ਰੂਰ ਚੱਲਾਂਗੇ, ਜਿਹੜਾ ਭਾਰਤੀ ਵਿਦੇਸ਼ ਮੰਤਰੀ ਨਾਲ ਜੁੜਿਆ ਹੋਇਆ ਕਿ ਉਹ ਵਿਦੇਸ਼ ਦੇ ਵਿੱਚ ਭਾਰਤੀ ਮੀਡੀਆ ਨਾਲ ਗੱਲ ਕਰਦੇ ਆ ਔਰ ਉੱਥੇ ਵੱਖ-ਵੱਖ ਫੋਰਮਾਂ ਤੋਂ ਮੰਚਾਂ ਤੋਂ ਜਿਹੜੀ ਗੱਲ ਕਰ ਰਿਹਾ ਉਹਦੇ ਵਿੱਚ ਇੱਕ ਗੱਲ ਹੋਰ ਬੜੀ ਅਹਿਮ ਉੱਭਰ ਕੇ ਆਈ ਹੈ। ਭਾਰਤ ਕੈਨੇਡਾ ਰਿਸ਼ਤਿਆਂ ਦੇ ਸੰਬੰਧ ਵਿੱਚ ਸੰਦਰਭ ਵਿੱਚ ਇੱਕ ਨਿੱਤਰ ਕੇ ਗੱਲ ਹੋ ਰਹੀ ਆ ਕਿ ਇਹ ਚੀਜ਼ਾਂ ਕਿਵੇਂ ਦਿਸ਼ਾ ਲੈ ਰਹੀਆਂ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਸੁਖਪਾਲ ਸਿੰਘ ਖਹਿਰਾ ਦੀ ਪੇਸ਼ੀ ਬੇਸ਼ੱਕ ਬਹੁਤ ਸਾਰੇ ਸਮਰਥਕ ਉਹਨਾਂ ਦੇ ਸੀ, ਉਹਨਾਂ ਦੇ ਪੁੱਤਰ ਨੇ ਇਹ ਕਾਲ ਵੀ ਦਿੱਤੀ ਹੋਈ ਸੀ, ਕੁਝ ਸਿਆਸੀ ਆਗੂ ਵੀ ਉੱਥੇ ਦੇਖੇ ਗਏ, ਪਰ ਜਿਹੜਾ ਅਹਿਮ ਪਹਿਲੂ ਸੀਗਾ ਕਿ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ। ਉਹਨਾਂ ਕੋਲ ਬਹੁਤ ਸਾਰੇ ਪ੍ਰਾਵਧਾਨ ਹੋਣਗੇ, ਉਹ ਹਾਈ ਕੋਰਟ ਜਾਣਗੇ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਪ੍ਰਕਿਰਿਆ ਹੋਊਗੀ, ਜ਼ਮਾਨਤ ਤਾਂ ਮਿਲੇਗੀ। ਲੇਕਿਨ ਅੱਜ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਸਵੇਰੇ ਖਬਰਾਂ ਸੀਗੀਆਂ ਜਾਂ ਕੱਲ ਸ਼ਾਮੀ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਬਾਹਰ ਆ ਰਹੀ ਸੀ ਕਿ ਇਹ ਕਿਤੇ ਬਾਹਰ ਨਾ ਚਲੇ ਜਾਣ, ਇਹ ਵੀ ਡਰ ਸੀਗੇ। ਲੇਕਿਨ ਬਾਹਰ ਚਲੇ ਜਾਣ ਦੇ ਨਾਲ ਜਿਹੜੀ ਖਬਰ ਦਿੱਤੀ ਜਾ ਰਹੀ ਸੀਗੀ ਉਹ ਇਹ ਸੀਗੀ ਕਿ ਉਹਨਾਂ ਨੇ ਕੈਂਸਰ ਦੇ ਇਲਾਜ ਲਈ, ਜਿਹੜਾ ਕਿ ਮੁੱਢਲੇ ਪੜਾਅ ਦਾ ਕੈਂਸਰ ਹੈ, ਉਹਨਾਂ ਨੂੰ ਉਹਦੇ ਇਲਾਜ ਲਈ ਅਦਾਲਤ ਵਿੱਚ ਅਰਜ਼ੀ ਪਾਈ ਸੀਗੀ। ਉਹਨਾਂ ਨੂੰ 3 ਮਹੀਨੇ ਦੀ ਬਜਾਏ 12 ਕੁ ਦਿਨ ਦੀ ਇਸ ਤਰ੍ਹਾਂ ਦੀ ਆਗਿਆ ਮਿਲੀ ਸੀ, ਜਿੱਤੇ ਫਿਰ ਇੱਕ ਵਾਰੀ ਸੁਣਵਾਈ ਸੀ, ਕੋਈ ਸੰਬੰਧਿਤ ਡਾਕੂਮੈਂਟਸ ਦੀ ਗੱਲ ਹੋਈ ਸੀ। ਸੋ ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ ਕਿ ਸਰਕਾਰ ਆਪਣੇ ਆਪ ਨੂੰ ਕਟਹਿਰੇ ਵਿੱਚ ਆਪ ਹੀ ਧੱਕ ਰਹੀ ਆ। ਕਿਸੇ ਵਿਅਕਤੀ ਨੂੰ ਤੁਸੀਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਸਗੋਂ ਆਪ ਸਪੋਰਟ ਕਰਨਾ ਹੁੰਦਾ, ਉਹ ਤੁਹਾਡਾ ਐਮਐਲਏ ਆ, ਤੁਹਾਡੀ ਵਿਧਾਨ ਸਭਾ ਦਾ ਹਿੱਸਾ ਹੈ। ਸੋ ਸਾਰੀਆਂ ਗੱਲਾਂ ਗੱਲ ਕਿਵੇਂ ਤੋਰੋਗੇ? ਅਸਲ ਦੇ ਵਿੱਚ ਜਿਹੜਾ ਇਹ ਮਾਮਲਾ ਹੈ ਇਹ ਕਈ ਐਂਗਲ ਲੈਂਦਾ ਜਾ ਰਿਹਾ। ਮਤਲਬ ਹੁਣ ਉਹ ਜਿਹੜਾ ਸਰਕਾਰ ਤੇ ਇੱਕ ਇਲਜ਼ਾਮ ਲੱਗ ਰਹੇ ਨੇ ਨਾ ਵੀ ਜਿਸ ਤਰੀਕੇ ਨਾਲ ਫੜਿਆ ਤਰੀਕਾ ਗਲਤ ਹੈ, ਬਾਕੀ ਹੈ, ਉਹਦੇ ਬਚਾਅ ਲਈ ਕਈ ਗੱਲਾਂ ਕਰਦੇ ਨੇ ਲੋਕ। ਇਹ ਜਦੋਂ ਦਲੀਲ ਦਿੰਦੇ ਸੀ ਨਾ ਵੀ ਸੁਖਪਾਲ ਖਹਿਰਾ ਕਿਹੜਾ ਭੱਜ ਚੱਲਿਆ ਸੀ, ਉਹ ਨਾਰਮਲੀ ਖੜ ਕੇ ਹੀ ਗੱਲ ਕਰਦਾ ਤੇ ਬਾਕੀ ਦੀਆਂ ਚੀਜ਼ਾਂ ਨੇ ਸ਼ਾਇਦ ਇਹਦੇ ਕਾਟ ਵਾਸਤੇ ਇਹ ਇਨਫੋਰਮੇਸ਼ਨ ਜਾਂ ਇਹ ਸੂਚਨਾ ਵੀ ਤੁਸੀਂ ਐਵੇਂ ਹੀ ਕਹਿ ਰਹੇ ਹੋ, ਇਹ ਨਹੀਂ ਗੱਲ। ਉਹ ਤਾਂ ਜਾਣ ਵਾਲੇ ਸੀ, ਸ਼ਾਇਦ ਜਾ ਕੇ ਉਧਰ ਹੀ ਰਹਿ ਪੈਂਦੇ। ਉਹਦੇ ਚੋਂ ਇਹ ਅਦਾਲਤ ਦੇ ਵਿੱਚ ਲਈ ਗੱਲ, ਖਬਰਾਂ ਬਿਲਕੁਲ ਕਲੀਅਰ ਸੰਕੇਤ ਕਰਦੀਆਂ ਨੇ ਕਿ ਉਹਨਾਂ ਦਾ ਇਹ ਕਹਿਣਾ ਹੈ SIT ਜਾਂ ਬਾਕੀ ਦੇ ਸੋਰਸਸ ਦਾ ਕਿ ਅਦਾਲਤ ਤੋਂ ਮਨਜ਼ੂਰੀ ਲੈ ਕੇ ਇਲਾਜ ਕਰਾਉਣ ਦੇ ਬਹਾਨੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਨਾ, ਦੂਜੀ ਤਰ੍ਹਾਂ ਤਾਂ ਕਹਿੰਦੇ ਬਹਾਨੇ ਉੱਥੇ ਜਾਣ ਦੀ ਇੱਕ ਤਜਵੀਜ਼ ਸੀਗੀ। ਇਸ ਕਰਕੇ ਜੇ ਚਲੇ ਜਾਂਦੇ ਤਾਂ ਫਿਰ ਬੜਾ ਪਤਾ ਨਹੀਂ ਕੀ ਹੋ ਜਾਂਦਾ। ਹੁਣ ਕੋਈ ਸਿਟੀਜ਼ਨ ਤੁਹਾਡਾ ਜੇ 3 ਮਹੀਨੇ ਦੀ ਜਾਂ 2 ਮਹੀਨੇ ਦੀ ਮਿਲੇ ਤਾਂ ਮਤਲਬ ਉਹ ਦੇਸ਼ ਛੱਡ ਜਾਂਦਾ, ਇੰਨੀ ਗੱਲ ਪਿੱਛੇ ਕਿਤੇ ਜਾ ਕੇ ਉੱਥੇ ਰਹਿ ਜਾਂਦਾ। ਉਹ ਕੋਈ ਇਹੋ ਜਿਹੇ ਕੇਸਾਂ ਦੇ ਵਿੱਚ ਹੈ ਜਿੱਥੇ ਜਾ ਕੇ ਇਹ ਵੀ ਅਸਾਈਲਮ ਲੈ ਲੈ ਪੋਲੀਟੀਕਲ, ਵੀ ਮੈਨੂੰ ਤਾਂ ਉੱਥੇ ਖਤਰਾ ਹੈ, ਇਹ ਕੋਈ ਦਲੀਲ ਨਹੀਂ ਬਣਦੀ ਇੱਕ ਤਾਂ ਉਸ ਪੱਧਰ ਦੇ ਉੱਤੇ। ਦੂਸਰਾ ਮਾਨਵੀ ਐਂਗਲ ਹੈ। ਮਾਨਵੀ ਐਂਗਲ ਤੋਂ ਇਹ ਹੈ ਵੀ ਜੇ ਬੰਦਾ ਆਲਰੇਡੀ ਜੇਲ੍ਹ 'ਚ ਹੋਵੇ, ਆਲਰੇਡੀ ਫੜਿਆ ਹੋਇਆ ਹੋਵੇ, ਉਹਨੂੰ ਕੋਈ ਇਲਾਜ ਦੀ ਲੋੜ ਹੋਵੇ ਕਿਸੇ ਤਰੀਕੇ ਦੀ, ਤਾਂ ਈਵਨ ਸਰਕਾਰਾਂ ਵੀ ਤੇ ਜੁਡੀਸ਼ਰੀ ਵੀ ਨਾਰਮਲੀ ਚਲੋ ਹੈਲਪ ਕਰਦੀ ਹੈ ਨਾ ਵੀ ਚਲ ਠੀਕ ਹੈ, ਇਲਾਜ ਤਾਂ ਕਰਾਉਣਾ ਬੰਦੇ ਦਾ ਜ਼ਰੂਰੀ ਚੀਜ਼ ਹੈ। ਸਰਕਾਰ ਆਪਦੇ ਖਰਚੇ ਤੇ ਕਰਾਉਂਦੀ ਹੈ ਤੇ ਆਪਦੇ ਸਾਰਾ ਦੇਖਦੀ ਹੈ ਕਿ ਬੰਦੇ ਠੀਕ ਤੰਦਰੁਸਤ ਰਹਿਣ, ਜੇਕਰ ਇਸ ਲੈਵਲ ਦੀ ਗੱਲ ਹੈ। ਔਰ ਇਸੇ ਵਾਸਤੇ ਇੱਕ ਗੱਲ ਪਿਛਲੇ ਦਿਨਾਂ 'ਚ ਉੱਭਰ ਕੇ ਆਈ ਹੈ, ਅਟਲ ਬਿਹਾਰੀ ਵਾਜਪਾਈ ਦੀ ਦੁਬਾਰਾ ਵੀਡੀਓ ਪਾਈ ਕਿਸੇ ਨੇ ਪਿਛਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਨਾਲ ਕੰਟਰਾਸਟ ਕਰਕੇ। ਉਹ ਕਹਿੰਦੇ ਵੀ ਉਦੋਂ ਰਾਜੀਵ ਗਾਂਧੀ ਸੀ ਪ੍ਰਾਈਮ ਮਿਨਿਸਟਰ ਤੇ ਉਹਨੂੰ ਪਤਾ ਲੱਗਿਆ ਕਿ ਵਾਜਪਾਈ ਸਾਹਿਬ ਬਿਮਾਰ ਨੇ ਤੇ ਵਾਜਪਾਈ ਸਾਹਿਬ ਬਿਮਾਰ ਨੇ ਤੇ ਨਾਲ ਦੀ ਨਾਲ ਇਹ ਹੈ ਕਿ ਉਹਨਾਂ ਦਾ ਇਲਾਜ ਐਸਾ ਹੈ ਕਿ ਜਿਹੜਾ ਇੱਥੇ ਨਹੀਂ ਹੋ ਸਕਦਾ ਤੇ ਉਹ ਬਾਹਰ ਹੋ ਸਕਦਾ। ਉਹ ਕਹਿੰਦੇ ਨੇ ਰਾਜੀਵ ਗਾਂਧੀ ਨੇ ਪਰਸਨਲ ਰਿਕੁਐਸਟ ਕੀਤੀ ਇਹ ਦੱਸੇ ਬਿਨਾਂ
ਕਿ ਮੈਨੂੰ ਇਹ ਪਤਾ ਲੱਗ ਗਿਆ ਕੀ ਹੈ, ਉਹਨਾਂ ਨੂੰ ਡੈਲੀਗੇਸ਼ਨ ਦਾ ਲੀਡਰ ਬਣਾਤਾ ਹੈ ਕਿ ਤੁਸੀਂ ਗਵਰਨਮੈਂਟ ਆਫ ਇੰਡੀਆ ਦੇ ਬਿਹਾਫ ਤੇ ਜਾ ਕੇ ਯੂਐਨਓ ਦੇ ਵਿੱਚ ਕੇਸ ਪਲੀ ਕਰੋਗੇ, ਤੇ ਨਾਲ ਆਪਣੇ ਸਾਰੇ ਤੰਤਰ ਨੂੰ ਕਹਿਤਾ ਵੀ ਉੱਥੇ ਉਹਨਾਂ ਦਾ ਇਲਾਜ ਵੀ ਕਰਾ ਦਿਓ। ਬੜੀ ਦੇਰ ਬਾਅਦ ਉਹਨਾਂ ਨੂੰ ਪਤਾ ਲੱਗਿਆ ਮੈਨੂੰ ਇਸ ਮਕਸਦ ਲਈ ਭੇਜਿਆ ਗਿਆ, ਉਹਦੇ ਪਿੱਛੇ ਕਿਹੜੇ ਇਹ ਰੀਜਨ ਵੀ ਸੀ ਆਪੋਜੀਸ਼ਨ ਲੀਡਰ ਹੁੰਦੇ ਹੋਏ ਕਿ ਇਹਦਾ ਇਲਾਜ ਇਸ ਤਰ੍ਹਾਂ ਕੀਤਾ ਜਾ ਸਕਦਾ। ਇਹਦਾ ਮਤਲਬ ਇੱਕ ਪੋਲਿਟਿਕਸ ਦੇ ਵਿੱਚ ਵੀ ਇੱਕ ਮਿਆਰ ਹੁੰਦੇ ਨੇ ਜਿਹੜੇ ਉਸ ਲੈਵਲ ਦੇ। ਅਨੇਕਾਂ ਕਮੀਆਂ ਹੋਣਗੀਆਂ ਰਾਜੀਵ ਗਾਂਧੀ ਤੇ ਵੀ, ਜੇ ਕਈ ਸੱਜਣੇ ਕਹਿਣਗੇ ਅੱਛਾ ਜੀ ਫਿਰ ਹੁਣ ਰਾਜੀਵ ਗਾਂਧੀ ਦੀ ਇਹਦੇ ਚ ਸ਼ਾਇਦ ਤਾਰੀਫ ਹੋ ਰਹੀ ਹੈ, ਸ਼ਾਇਦ ਵਾਜਪਾਈ ਦੀ, ਉਹ ਅਲੱਗ ਗੱਲ ਹੈ। ਪਰ ਜਦੋਂ ਸਿਆਸਤ ਦੇ ਵਿੱਚੋਂ ਚੀਜ਼ਾਂ ਇਹ ਸਾਹਮਣੇ ਆਉਂਦੀਆਂ ਨੇ ਇਸ ਲੈਵਲ ਦੀਆਂ, ਉਹ ਹੋਰ ਤਰ੍ਹਾਂ ਦਾ ਵਿਵਹਾਰਿਕ ਕੰਮ ਕਰਦਾ। ਜੇ ਦੂਜੇ ਪਾਸੇ ਦੂਜੀ ਸਾਈਡ ਹੈ, ਸਗੋਂ ਇਹਦਾ ਮਤਲਬ ਪੋਲੀਟੀਕਲ ਲੀਡਰਸ਼ਿਪ ਨੂੰ ਤਾਂ ਇਹਦਾ ਨੋਟਿਸ ਲੈਣਾ ਚਾਹੀਦਾ। ਜੇ ਉਹਦੇ ਨੋਟਿਸ ਨਹੀਂ ਹੈ, ਮੰਨ ਲਓ ਜੇਕਰ ਇਹ ਕਹਿੰਦੇ ਨੇ, ਵੈਸੇ ਤਾਂ ਹੋਣਾ ਨਹੀਂ ਕਿ ਚੀਫ ਮਿਨਿਸਟਰ ਦੇ ਨੋਟਿਸ ਚ ਨਾ ਹੋਵੇ, ਜਾਂ ਦਿੱਲੀ ਦੀ ਹਾਈ ਕਮਾਂਡ ਸੋ ਕਾਲਡ ਜੋ ਵੀ ਹੈ ਜਿਹੜੀ ਇਹ ਗੱਲ ਕਰਦੀ ਹੈ, ਉਹਦੇ ਨੋਟਿਸ ਤੋਂ ਬਿਨਾਂ ਤਾਂ ਨਹੀਂ ਐਸਆਈਟੀ ਨੇ ਇਹ ਕੰਮ ਕੀਤਾ ਹੋਣਾ। ਉਸ ਦੇ ਲਿਹਾਜ਼ ਤੇ ਪੁਲਿਸ ਨੇ ਐਸਆਈਟੀ ਦੀ ਰਿਪੋਰਟ ਦੇ ਆਧਾਰ ਤੇ ਕੋਈ ਨਾ ਕੋਈ ਰੀਜਨ ਉਹਦੇ ਹੋਣਾ। ਪਰ ਜੇ ਉਹਦੇ ਤੋਂ ਬਿਨਾਂ ਕੀਤਾ ਇਹ, ਐਸਆਈਟੀ ਨੂੰ ਪਤਾ ਲੱਗ ਗਿਆ, ਉਹਨਾਂ ਨੇ ਇੱਕ ਅਦਾਲਤ ਚ ਗਏ ਨੇ, ਇਲਾਜ ਕਰਕੇ ਗਏ ਨੇ, ਤਾਂ ਮੈਨੂੰ ਲੱਗਦਾ ਪੋਲੀਟੀਕਲ ਲੀਡਰਸ਼ਿਪ ਨੂੰ ਨੋਟਿਸ ਲੈਣਾ ਚਾਹੀਦਾ ਇਦੋਂ ਵੀ ਜ਼ਿਆਦਾ। ਜਿਹੜਾ ਹਿਊਮਨ ਐਂਗਲ ਹੈ ਸਭ ਤੋਂ ਬੜਾ ਐਂਗਲ ਮੰਨਿਆ ਜਾਂਦਾ, ਕੋਈ ਨਹੀਂ ਕਿਤੇ ਭਜਦਾ ਉਸ ਪੱਧਰ ਦੇ ਉੱਤੇ ਜਾ ਕੇ। ਔਰ ਇਸ ਕਰਕੇ ਇਹਨੂੰ ਮਤਲਬ ਜਿਹੜਾ ਅੱਜ ਗੱਲ ਸਾਹਮਣੇ ਆਈ ਹੈ, ਮੈਨੂੰ ਲੱਗਦਾ ਸਰਕਾਰ ਨੇ ਆਪਦਾ ਪੱਖ ਮਜ਼ਬੂਤ ਕਰਨ ਲਈ ਸੂਚਨਾ ਸਾਹਮਣੇ ਲਿਆਂਦੀ ਹੈ। ਪਰ ਜਿਹੜੇ ਲੋਕ ਹਿਊਮਨਟੇਰੀਅਨ ਗਰਾਊਂਡ ਤੇ ਸੋਚਦੇ ਹੋਣਗੇ, ਇਹ ਵੀ ਉਲਟਾ ਪੈਂਦਾ ਹੀ ਨਜ਼ਰ ਆਉਂਦਾ। ਜਿਵੇਂ ਇੱਕ ਗਲਤੀ ਕਰਦੇ ਹੋ, ਗਲਤੀ ਤੇ ਗਲਤੀ, ਗਲਤੀ ਤੇ ਗਲਤੀ ਤੁਸੀਂ ਕਰਦੇ ਚਲੇ ਜਾਂਦੇ ਹੋ। ਤੁਹਾਨੂੰ ਤਾਕਤ ਦੇ ਨਸ਼ੇ 'ਚ ਪਤਾ ਨਹੀਂ ਲੱਗਦਾ ਕਿ ਤੁਹਾਡੇ ਉਲਟ ਵੀ ਭੁਗਤੂਗੀ। ਲੋਕਾਂ ਦਾ ਇੱਕ ਸੈਂਟੀਮੈਂਟ ਹੁੰਦਾ, ਜਜ਼ਬਾਤ ਹੁੰਦਾ, ਉਹਨੂੰ ਵੀ ਦੇਖੀਦਾ। ਕੱਲੀ ਇੱਕ ਗੱਲ ਨਹੀਂ, ਟੈਕਨੀਕਲਿਟੀ ਨਹੀਂ ਕੱਲੀ ਸਾਰੀ ਚੀਜ਼ਾਂ ਦੇ ਵਿੱਚ ਹੁੰਦੀ। ਇਹ ਬਹੁਤ ਬੜਾ ਕੁਐਸਚਨ ਹੈਗਾ ਸਾਡੇ ਸਾਹਮਣੇ। ਖੈਰ ਇਹ ਤਾਂ ਹੁਣ ਟੈਕਨੀਕਲਿਟੀਜ਼ ਦੇਖੀਆਂ ਜਾਣਗੀਆਂ। 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਉਹਨਾਂ ਨੂੰ ਭੇਜਿਆ। ਪਰ ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਵੀ ਲਗਭਗ ਸਾਰੀ ਉਮਰ ਇਸ ਸ਼ੋਬੇ 'ਚ ਰਹੇ ਹੋ, ਪੋਲੀਟੀਕਲ ਲੋਕਾਂ ਨਾਲ ਨੇੜੇ ਦਾ ਵਾਹ ਵਾਸਤਾ ਰਿਹਾ, ਸਰਕਾਰਾਂ ਨੂੰ ਅੰਦਰੋਂ ਵੇਖਦੇ ਰਹੇ ਹੋ ਕੰਮ ਕਿਵੇਂ ਕਰਦੀਆਂ। ਪਰ ਤੁਹਾਨੂੰ ਲੱਗਦਾ ਕਿ ਕਈ ਵਾਰੀ ਇਸ ਤਰ੍ਹਾਂ ਦੇ ਫੈਸਲੇ ਸਰਕਾਰਾਂ ਲਈ ਗਲੇ ਦੀ ਹੱਡੀ ਵੀ ਬਣ ਜਾਂਦੇ ਆ? ਕਿਸੇ ਵੇਲੇ ਇਹ ਅਗਲੀ ਇਲੈਕਸ਼ਨ ਲਈ ਵੀ ਇੱਕ ਸਿਰਪੀੜ ਪੈਦਾ ਹੋ ਜਾਂਦੀ ਹੁੰਦੀ ਆ। ਲੋਕ ਤਾਂ ਸਾਡੇ ਪੰਜਾਬ ਦੇ ਇੱਕ ਪਲ ਦੇ ਵਿੱਚ ਨਾਰਾਜ਼ ਹੋ ਜਾਂਦੇ ਆ। ਸੋ ਗਵਰਨਮੈਂਟ ਕੋਈ ਏਡੇ ਵੱਡੇ ਲੋਕ ਭਲਾਈ ਦੇ ਕੰਮ ਤਾਂ ਕਰ ਨਹੀਂ ਰਹੇ ਕਿ ਜੇ ਉਹ 5-7 ਗਲਤੀਆਂ ਕਰ ਵੀ ਲਊਗੀ ਤਾਂ ਉਹਨੂੰ ਬਹੁਤ ਜ਼ਿਆਦਾ ਇਗਨੋਰ ਕਰਤਾ ਜਾਊਗਾ। ਸਾਡੇ ਲੋਕ ਤਾਂ ਕੱਖਾਂ ਚ ਲਪੇਟਿਆ ਐ ਭੰਬੋਕੇ ਵਾਂਗ ਮੱਚਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਇਹ ਗਲਤੀ ਇੱਕ ਤੋਂ ਦੂਜੀ ਤੱਕ ਦਾ ਸਫ਼ਰ ਜਿਹੜਾ ਤੈਅ ਕੀਤਾ ਜਾਂਦਾ, ਇਹ ਪੋਲੀਟੀਕਲੀ ਭਾਰੀ ਵੀ ਪੈ ਜਾਂਦਾ ਹੁੰਦਾ? ਮੇਰੇ ਖਿਆਲ 'ਚ ਇਸ਼ੂ ਹੋਰ ਵੀ ਵੱਡਾ ਹੈ ਜੀ। ਇਹ ਜਿਹੜਾ ਸਾਡਾ ਤੰਤਰ ਹੈ ਨਾ, ਸਾਰਾ ਸਟੇਟ, ਜਿਹਨੂੰ ਸਟੇਟ ਕਹਿੰਦੇ ਆ, ਸਟੇਟ ਬਰੂਟਲਾਈਜ਼ ਹੋ ਰਹੀ ਹੈ ਲਗਾਤਾਰ ਹੀ। ਅਸੀਂ ਆਪਣੇ ਆਪ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਕਲੇਮ ਕਰਦੇ ਹਾਂ, ਲੇਕਿਨ ਜਿਹੜੇ ਇਸ ਸਟੇਟ ਦੇ ਐਕਸ਼ਨ ਹੈ ਉਹ ਇਹ ਸਾਰੇ ਸਿਸਟਮ ਨੂੰ ਬਰੂਟਲਾਈਜੇਸ਼ਨ ਵੱਲ ਧੱਕ ਰਹੇ ਹੈ। ਬਈ ਤੁਸੀਂ ਗੈਰ ਮਨੁੱਖੀ ਕਹਿ ਰਹੋ, ਜਿਹੜਾ ਐਟੀਟਿਊਡ ਹੈ ਉਸ ਪਾਸੇ ਸਾਰੀ ਗੱਲ ਜਾ ਰਹੀ ਹੈ। ਜਦੋਂ ਸਟੇਟ ਬਰੂਟਲਾਈਜ਼ ਹੁੰਦੀ ਹੈ, ਇਹ ਨਹੀਂ ਕਿ ਪਹਿਲੀ ਵਾਰੀ ਹੋ ਰਹੀ ਹੈ, ਹੁਣ ਪ੍ਰੋਸੈਸ ਦਿਖਾ ਹੈ। ਇੰਡੀਅਨ ਸਟੇਟ ਵੀ ਜੇ ਆਪਾਂ ਪਿਛਲੇ 10 ਸਾਲ ਦੀ ਫੰਕਸ਼ਨਿੰਗ ਦੇਖੀਏ, ਬਲੂ ਸਟਾਰ ਤਾਂ ਹੈਗਾ ਹੀ, ਚਲੋ ਆਪਾਂ ਗੱਲ ਕਰਦੇ ਹੁੰਦੇ ਆ। ਫੇਕ ਐਨਕਾਊਂਟਰ ਸੈਕਿੰਡ ਦੀ ਤਾਦਾਦ ਦੇ ਵਿੱਚ ਪੰਜਾਬ ਦੇ ਵਿੱਚ ਬਰੂਟਲਾਈਜੇਸ਼ਨ ਹੈ, ਉਹ ਪ੍ਰੋਸੈਸ ਹੈ ਹੁਣ ਹੋਰ ਤਿੱਖਾ ਹੋ ਰਿਹਾ ਲਗਾਤਾਰ ਹੀ, ਇੱਕ ਹੋਰ ਡਿਫਰੈਂਟ ਲੈਵਲ ਤੇ। ਇਹ ਲੇਅਰ ਇੱਕ ਨਵੀਂ ਐਡ ਹੋ ਰਹੀ ਹੈ, ਜਿੱਥੇ ਸਟੇਟ ਦਾ ਜਿਹੜੀ ਟੋਟਲ ਫੰਕਸ਼ਨਿੰਗ ਹੈ ਉਹ ਸਿੰਗਲ ਪਰਪਸ ਤੋਂ ਡਿਕਟੇਟ ਹੁੰਦੀ ਹੈ ਕਿ ਟੋਟਲ ਕੰਟਰੋਲ ਸਿਚੁਏਸ਼ਨ ਤੇ ਕਿਵੇਂ ਰੱਖਣਾ ਹੈ ਆਪਣਾ। ਮੈਨੂੰ ਇਹ ਨਹੀਂ ਸਮਝ ਆ ਰਹੀ, ਜਿਹੜੀ ਮੈਂ ਖਬਰਾਂ ਪੜ੍ਹੀਆਂ ਅੱਜ ਕਿ ਸੁਖਪਾਲ ਖਹਿਰਾ ਨੇ ਇਹ ਬਹਾਨਾ ਲਾ ਕੇ ਆਪਣੇ ਕੈਂਸਰ ਦੇ ਟ੍ਰੀਟਮੈਂਟ ਦਾ, ਪੈਂਕਰੀਅਸ ਦਾ ਕੈਂਸਰ ਹੈ, ਇਲਾਜ ਤਾਂ ਅਦਰਵਾਈਜ਼ ਇੱਥੇ ਵੀ ਹੋ ਜਾਂਦਾ ਹੈ, ਤੇ ਬਾਹਰ ਜਾਣਾ ਸੀਗਾ ਤੇ ਮੁੜ ਕੇ ਵਾਪਸ ਨਹੀਂ ਸੀ ਆਉਣਾ। ਇੱਕ ਪੋਲੀਟੀਕਲ ਫਿਗਰ ਕੀ ਆਪਣਾ ਸਾਰਾ ਕੈਰੀਅਰ ਛੱਡ ਕੇ, ਸਾਰਾ ਟੱਬਰ ਛੱਡ ਕੇ ਬਾਹਰ ਚਲਾ, ਇਸ ਢਾਗਰਾ ਜਾ ਕੇ ਬਾਹਰ ਬੈਠ ਜਾਏਗਾ? ਗੱਲ ਅਸਾਈਲਮ ਲੈਣ ਦੀ ਨਹੀਂ ਹੈ, ਉਹਨਾਂ ਦਾ ਸਾਰਾ ਕੁਝ ਇੱਥੇ ਹੈ, ਐਟ ਸਟੇਕ ਹੈ, ਸਭ ਕੁਝ ਹੈ। ਤੁਸੀਂ ਟਰਸਟ ਨਹੀਂ ਕਰ ਰਹੇ, ਆਪਣੇ ਐਮਐਲਏ ਨੂੰ ਟਰਸਟ ਨਹੀਂ ਕਰ ਰਹੇ, ਤੁਹਾਡਾ ਪਾਰਟ ਹੈ ਸਿਸਟਮ ਦਾ, ਤੁਸੀਂ ਉਹਨੂੰ ਟਰਸਟ ਨਹੀਂ ਕਰ ਰਹੇ। ਜਿਹੜੀ ਹਿਊਮਨ ਐਸਪੈਕਟ ਹੈ, ਬਿਮਾਰੀ ਦਾ ਵੱਖਰਾ ਇਸ਼ੂ ਹੈ, ਲੇਕਿਨ ਜਿਹੜੀ ਸਟੇਟ ਦੀ ਫੰਕਸ਼ਨਿੰਗ ਹੈ ਉਹ ਤੇ ਬਹੁਤ ਵੱਡਾ ਕੁਐਸਚਨ ਮਾਰਕ ਆ ਆਪਣੇ ਆਪ ਦੇ ਵਿੱਚ। ਜਿਹੜਾ ਆਪਣੇ ਸਿਟੀਜ਼ਨ ਨੂੰ ਟਰਸਟ ਨਾ ਕਰਨਾ, ਔਰ ਸਿਟੀਜ਼ਨ ਵੀ ਉਹ ਜਿਹੜਾ ਐਮਐਲਏ ਵੀ ਹੋਵੇ ਤੇ ਜਿਹੜਾ ਸਾਰੇ ਜਾਇਦਾਦ ਵੀ ਇੱਥੇ ਹੋਵੇ,
ਔਰ ਕੇਸ ਕੋਈ ਉਹ ਤੇ ਮਰਡਰ ਕੇਸ ਨਹੀਂ ਹੈ। ਕੱਲ ਇਹ ਨਹੀਂ ਪਤਾ ਕਿ ਕੇਸ ਪ੍ਰੂਵ ਹੋਵੇ ਨਾ ਹੋਵੇ। ਸੋ ਇਹ ਮੀਡੀਆ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਇਹ ਕੋਈ ਇਸ ਤਰ੍ਹਾਂ ਸਟੋਰੀਆਂ ਪਲਾਟ ਹੁੰਦੀਆਂ। ਇਹ ਲਗਾਤਾਰ ਇੱਕ ਸਿਸਟਮ ਹੈ ਜਿਹਦੇ 'ਚ ਮੀਡੀਆ 'ਚ ਸਟੇਟ ਆਪਣਾ ਪੱਖ ਲੀਕ ਕਰਕੇ ਪਲਾਟ ਕਰਾਉਂਦੀ ਹੁੰਦੀ ਆ ਜੀ। ਹੁਣ ਤਾਂ ਸਰਿਆਮ ਹੀ ਹੁੰਦਾ ਹੈ, ਲੇਕਿਨ ਇਹ ਤੰਤਰ ਸ਼ੁਰੂ ਤੋਂ ਚੱਲਦਾ ਆ ਰਿਹਾ। ਲੇਕਿਨ ਜਿਹੜੀ ਖਬਰ ਇਹਨਾਂ ਨੇ ਪਲਾਂਟ ਕਰਵਾਈ ਹੈ ਅੱਜ ਮੀਡੀਆ ਦੇ ਵਿੱਚ, ਉਹ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਜਾਂਦੀ। ਇਹ ਵੈਸੇ ਇੱਕ ਹੋਰ ਖਬਰ ਜਿਹੜੀ ਵਿਜੀਲੈਂਸ ਨਾਲ ਜਰਨੈਲ ਸਿੰਘ ਵਾਧ ਸਾਬਕਾ ਵਿਧਾਇਕ ਨੇ, ਔਰ ਉਹਨਾਂ ਦੀ ਵਾਧ ਸੰਦਰ ਮਿੱਲ ਵੀ ਫਗਵਾੜਾ ਦੇ ਵਿੱਚ ਬੜੀ ਚਰਚਿਤ ਹੈ। ਔਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਦੇ ਕਿਸੇ ਵੇਲੇ ਬਹੁਤ ਨਜ਼ਦੀਕੀ ਸੀ ਜਰਨੈਲ ਸਿੰਘ ਵਾਧ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੀ ਪਤਨੀ ਤੇ ਪੁੱਤਰ ਸ਼ਾਇਦ ਜਿਹਦੇ ਬਾਰੇ ਇਹ ਕਿਹਾ ਜਾਂਦਾ ਸੀ ਸੰਦੀਪ ਵਾਹਦ, ਕਿ ਇਹ ਇੰਗਲੈਂਡ ਦੇ ਵਿੱਚ ਸ਼ਿਫਟ ਹੋ ਗਏ ਸੀਗੇ, ਪਰਿਵਾਰ ਸਮੇਤ ਉੱਥੇ ਚਲੇ ਗਏ ਸੀ। ਮਿਲ ਨਾਲ ਸੰਬੰਧਿਤ ਕੁਝ ਅਦਾਇਗੀਆਂ ਦਾ ਮਾਮਲਾ ਹੈ, ਔਰ ਇਹਦੇ ਨਾਲ ਹੀ ਇਹਦੇ ਵਿੱਚ ਇਹ ਵੀ ਦੋਸ਼ ਲਗਭਗ ਉਹਨਾਂ ਤੇ ਲਾਇਆ ਗਿਆ ਕਿ ਇਹਨਾਂ ਨੇ ਸਰਕਾਰੀ ਜ਼ਮੀਨ ਨੂੰ ਖੁਰਦ-ਬੁਰਦ ਕੀਤਾ ਹੈ। ਇਹਦੇ ਵਿੱਚ ਉਹਨਾਂ ਨੂੰ ਧਾਰਾ 166, 177, 210, 406, 409, 418, 420, 120 ਵੀ IPC ਤੇ 7 PC ਐਕਟ 1988 ਤਹਿਤ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ। 1 ਤਰੀਕ ਨੂੰ ਇਹਨਾਂ ਨੂੰ ਵੀ ਪੇਸ਼ ਕੀਤਾ ਜਾਣਾ। ਇਹ ਮਾਮਲੇ ਨੇ ਸਿਆਸਤਦਾਨਾਂ ਨਾਲ ਜੁੜੇ ਜਿਹੜੇ ਅੱਗੇ ਵਧਦੇ ਪਏ ਆ। ਮੈਂ ਤਸਵੀਰ ਦੇਖ ਰਿਹਾ ਸੀ, ਜਰਨੈਲ ਸਿੰਘ ਵਾਧ ਕਿਸੇ ਵੇਲੇ ਬੜੇ ਪ੍ਰੋਮੀਨੈਂਟ ਫਿਗਰ ਸੀ, ਉਹਨਾਂ ਨੂੰ ਕਿ ਉਹਨਾਂ ਦੀ ਪਤਨੀ ਨੇ ਵੀ ਮੂੰਹ ਢੱਕਿਆ ਹੋਇਆ, ਬੇਟੇ ਨੇ ਵੀ। ਸਾਡੀ ਪੁਲਿਸ ਵਿੱਚ ਇਹ ਵੀ ਇੱਕ ਅਜੀਬ ਤਰ੍ਹਾਂ ਦਾ ਵਰਤਾਰਾ ਹੈ ਕਿ ਉਹ ਲੋਕ ਜਿਨ੍ਹਾਂ ਲੋਕਾਂ ਨੇ ਅਜੇ ਮੁੱਢਲੀ ਤਫਤੀਸ਼ ਵਿੱਚ ਹੀ ਸ਼ਾਮਲ ਹੋਣਾ ਹੈ ਜਾਂ ਉਹਨਾਂ ਨੂੰ ਸ਼ਾਮਲ ਕੀਤਾ ਗਿਆ, ਉਹਨਾਂ ਨੂੰ ਚੋਰਾਂ ਵਾਂਗ ਮੂੰਹ ਬੰਨ ਕੇ ਤੇ ਆਲੇ ਦੁਆਲੇ ਪੁਲਿਸ ਵਾਲੇ ਖੜੇ ਹੋ ਕੇ ਫੋਟੋ ਲੈ ਜਾਂਦੀ ਆ। ਖੈਰ ਅਸੀਂ ਜਰਨੈਲ ਸਿੰਘ ਵਾਧ ਦੀ ਕੋਈ ਸਪੋਰਟ ਨਹੀਂ ਕਰਦੇ ਜਾਂ ਕਿਸੇ ਐਸੇ ਵਿਅਕਤੀ ਦੀ ਜਿਹਦੇ ਖਿਲਾਫ ਕੁਝ ਕੇਸ ਹੋਣਗੇ। ਸਰਦਾਰ ਹਰਮੀਤ ਸਿੰਘ ਦੀ ਜਸਟ ਇੱਕ ਛੋਟੀ ਜਿਹੀ ਟਿੱਪਣੀ, ਮਤਲਬ ਮੈਂ ਜਿਹੜੀ ਫੋਟੋ ਵੇਖ ਰਿਹਾ ਸੀ, ਇੱਕ ਪ੍ਰੋਮੀਨੈਂਟ ਅਖਬਾਰ ਨੇ ਛਾਪੀ ਹੈ ਜਿਹਦੇ ਵਿੱਚ ਆਲੇ ਦੁਆਲੇ ਚ ਪੁਲਿਸ ਵਾਲੇ ਖੜੇ ਆ ਤੇ ਉਹਨਾਂ ਨੂੰ ਖਿਲਾਰਿਆ ਗਿਆ ਜੀ ਇਹਨਾਂ ਨੂੰ ਫੜ ਲਿਆ ਗਿਆ ਇਹਨਾਂ ਧਰਾਵਾਂ ਦੇ ਥੱਲੇ, ਔਰ ਇਹਨਾਂ ਨੂੰ 1 ਤਰੀਕ ਨੂੰ ਪੇਸ਼ ਕੀਤਾ ਜਾਊਗਾ ਅਦਾਲਤ ਵਿੱਚ। ਸੋ ਮੈਂ ਇਹ ਤੁਹਾਡੇ ਤੋਂ ਥੋੜਾ ਜਿਹਾ ਸਮਝਣਾ ਚਾਹੁੰਦਾ ਹੈ ਕਿ ਇਹ ਵੀ ਵਰਤਾਰੇ ਠੀਕ ਆ ਵਿਦੇਸ਼ ਦੇ ਵਿੱਚ ਜਾਂ ਸਾਡੇ ਦੇਸ਼ ਦੇ ਕਾਨੂੰਨ ਦੇ ਵਿੱਚ? ਇਹ ਠੀਕ ਆ ਕਿ ਤੁਸੀਂ ਕਿਸੇ ਨੂੰ ਇਸ ਤਰੀਕੇ ਨਾਲ ਮੁੱਢਲੇ ਤੌਰ ਦੇ ਉੱਤੇ ਚੋਰਾਂ ਵਾਂਗ ਪੇਸ਼ ਕਰੋ? ਉਹਨਾਂ ਤੇ ਇੱਕ ਤਾਂ ਇਹ ਐਲੀਗੇਸ਼ਨ ਹੈ ਕਿ 40 ਕਰੋੜ ਰੁਪਇਆ ਕਿਸਾਨਾਂ ਦਾ ਵੀ ਉਹਨਾਂ ਨੇ ਅਦਾ ਨਹੀਂ ਕੀਤਾ, ਉਹਨੂੰ ਵੀ ਖੁਰਦ-ਬੁਰਦ ਕੀਤਾ, ਤੇ ਬਾਕੀ ਦੀ ਜ਼ਮੀਨ ਦੇ ਮਾਮਲੇ ਨੇ ਜਿਹੜੇ ਸਾਹਮਣੇ ਜਿਹੜਾ ਕੇਸ ਰਜਿਸਟਰਡ ਹੋਇਆ ਉਹ ਸਾਰੇ ਮਾਮਲੇ ਦੇ ਵਿੱਚ। ਪਰ ਕੁਐਸਚਨ ਇਹ ਨਾਲ ਦੀ ਨਾਲ ਇਹ ਹੈ ਕਿ ਸਾਡਾ ਲਾਅ ਜਿਹੜਾ ਹੈ, ਕਾਨੂੰਨ ਹੈ ਦੇਸ਼ ਦਾ, ਕਾਨੂੰਨ ਇਹ ਕਹਿੰਦਾ ਹਜੇ ਤੱਕ ਕਿ ਜਿੰਨਾ ਚਿਰ ਅਦਾਲਤ ਦੋਸ਼ੀ ਨਹੀਂ ਠਹਿਰਾ ਜਾਂਦੀ ਉਹਨਾਂ ਚਿਰ ਬੰਦਾ ਮੁਲਜ਼ਮ ਹੈ ਤੇ ਉਹਨੂੰ ਨਿਰਦੋਸ਼ ਸਮਝਿਆ ਜਾਣਾ ਚਾਹੀਦਾ, ਬੁਨਿਆਦੀ ਕਾਨੂੰਨ ਹੈ। ਪਰ ਤੁਸੀਂ ਕਿਸੇ ਵੀ ਮਾਮਲੇ ਤੇ ਦੇਖ ਲਓ, ਇਹ ਤਾਂ ਜੇ ਬਹੁਤ ਕਿਤੇ ਸਰਕਾਰਾਂ ਦੇ ਨਾਲ ਜਿਹੜੇ ਜੁੜੇ ਹੋਏ ਬੰਦੇ ਨੇ ਉਹਨਾਂ ਲਈ ਇਹ ਦਲੀਲ ਹੈ, ਤੇ ਜਿਹੜੇ ਬੰਦੇ ਉਦੋਂ ਦੂਰ ਹੋ ਜਾਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕੋਈ ਵੀ ਕਾਰਨ ਰਿਹਾ ਹੋਵੇ, ਉਹ ਚਾਹੇ ਸਾਬਕਾ MLA MP ਫਲਾਨਾ ਮੌਕੇ ਦੀਆਂ ਸਰਕਾਰਾਂ ਦੇ ਨਾਲ ਨਾ ਹੋਵੇ, ਤੇ ਉਹਦੇ ਲਈ ਦੂਜਾ ਕਾਨੂੰਨ ਹੈ, ਉਹਦੇ ਲਈ ਮੀਡੀਆ ਟ੍ਰਾਇਲ ਚੱਲਦਾ ਤੇ ਬਾਕੀ ਦੀਆਂ ਚੀਜ਼ਾਂ ਚੱਲਦੀਆਂ ਨੇ। ਔਰ ਇੱਥੇ ਮਨੂ ਮਾਨੇਸਰ ਤੋਂ ਲੈ ਕੇ ਡਿਫਰੈਂਟ ਟਾਈਪ ਦੇ ਦੇਸ਼ 'ਚ ਬਹੁਤ ਬੰਦੇ ਤੁਰੇ ਫਿਰਦੇ ਨੇ ਜਿਨ੍ਹਾਂ ਦਾ ਫੁੱਲਾਂ ਨਾਲ ਹਾਰਾਂ ਨਾਲ ਮਤਲਬ ਬਾਵਜੂਦ ਕ੍ਰਿਮੀਨਲ ਪਰਚੇ ਹੋਣ ਦੇ ਸਵਾਗਤ ਵੀ ਕੀਤਾ ਜਾਂਦਾ ਹੈ। ਤੇ ਚਾਹੇ ਬਿਲਕੀ ਬਾਨੋ ਦੇ ਕੇਸ ਦੇ ਮਾਮਲੇ 'ਚ ਬੰਦੇ ਛੱਡਣ ਦੇ ਮਾਮਲੇ ਹੋਣ ਤੇ ਵੱਖ-ਵੱਖ ਮਾਮਲਿਆਂ ਦੇ ਵਿੱਚ, ਤੇ ਦੂਜੇ ਪਾਸੇ ਦੂਜਾ ਵੀ ਹੈ। ਹਾਂ, ਜਦੋਂ ਦੇਸ਼ ਦੇ ਵਿੱਚ ਰੂਲ ਆਫ ਲਾ ਇੱਕ ਨਾ ਹੋਵੇ ਨਾ, ਉਦੋਂ ਹੀ ਕੁਐਸਚਨ ਉੱਠਦੇ ਨੇ ਅਸਲ 'ਚ ਵੱਡੇ, ਡੈਮੋਕ੍ਰੇਸੀ ਤੇ ਜਮਹੂਰੀਅਤ ਦੇ ਕੰਮਕਾਜ ਦੇ ਚੱਲਣ ਤੇ ਇਹ ਸਾਰੇ ਸਵਾਲ ਉੱਠਣੇ ਸੁਭਾਵਿਕ ਨੇ। ਸਾਡੇ ਅਜੇ ਐਡੀ ਵੱਡੀ ਪੱਧਰ ਦੀ ਹਿਊਮਨ ਰਾਈਟਸ ਦੇ ਪ੍ਰਤੀ, ਬੰਦੇ ਦੀ ਡਿਗਨਿਟੀ ਦੇ ਬਾਰੇ, ਉਹਦੇ ਮਾਨ ਸਨਮਾਨ ਦੇ ਬਾਰੇ ਸਿਵਲ ਸੁਸਾਇਟੀ ਅਜੇ ਓਡੀ ਮਜ਼ਬੂਤ ਨਹੀਂ ਹੈ ਕਿ ਇਹਨਾਂ ਸਾਰੇ ਮੁੱਦਿਆਂ ਤੇ ਉਹ ਸਟੈਂਡ ਲਵੇ, ਤਾਂ ਕਿ ਮਜਬੂਰ ਕਰਦੇ ਸਟੇਟ ਨੂੰ ਤੇ ਪੁਲਿਸ ਨੂੰ ਕਿ ਤੁਸੀਂ ਐ ਬੰਦਿਆਂ ਦਾ ਜਲੂਸ ਨਹੀਂ ਕੱਢ ਸਕਦੇ ਜਿੰਨਾ ਚਿਰ ਉਸ ਪੱਧਰ ਤੇ ਹੈ। ਜਦੋਂ ਬੰਦੇ ਤੇ ਰੇਪ ਕੇਸ ਵੀ ਹੋ ਗਿਆ, ਬੰਦੇ ਦਾ ਛੇੜਛਾੜ ਦਾ ਮਾਮਲਾ ਹੈ, ਮਹਿਲਾ ਪਹਿਲਵਾਨਾਂ ਦਾ, ਚਾਹੇ ਚਲਾਨ ਵੀ ਪੇਸ਼ ਹੋ ਗਿਆ, ਸੰਦੀਪ ਸਿੰਘ ਦਾ ਮਾਮਲਾ ਹੈ, ਚਾਹੇ ਜਿਹੜੇ ਮਰਜ਼ੀ ਦੇ, ਉਦੋਂ ਤੱਕ ਉਹ ਕਹਿੰਦੇ ਨੇ ਵੀ ਅਜੇ ਅਦਾਲਤ ਨੇ ਜੀ ਕੁਛ ਕੀਤਾ, ਬੰਦੇ ਅਹੁਦਿਆਂ ਤੇ ਬਣੇ ਰਹਿਣਗੇ ਸਾਰੇ। ਔਰ ਦੂਜੇ ਪਾਸੇ ਤੁਸੀਂ ਦੂਸਰਾ ਸਟੈਂਡ ਲੈ ਲੈਂਦੇ ਹੋ। ਇਹ ਦੋਗਲਾ ਜਿਹੜਾ ਇੱਕ ਨੇਚਰ ਹੈ, ਦੋਹਰੀ ਨੇਚਰ ਹੈ ਕਾਨੂੰਨ ਦੀ ਇੰਪਲੀਮੈਂਟੇਸ਼ਨ ਦੀ, ਲਾਗੂ ਕਰਨ ਦੀ, ਲਾ ਐਨਫੋਰਸਮੈਂਟ ਏਜੰਸੀਆਂ ਵੱਲੋਂ ਜਿਹੜਾ ਉਹਨਾਂ ਦਾ ਵਿਵਹਾਰ ਹੈ ਉਹ ਨਿਭਾਉਣ ਦੀ, ਇਹ ਅੰਡਰ ਕੁਐਸਚਨ ਹੈ। ਇਹਨੂੰ ਸੋਚਣ ਦਾ ਕੁਐਸਚਨ ਹੈ ਅਸਲ ਦੇ ਵਿੱਚ ਤਾਂ ਸਾਡੇ ਸਾਰੇ ਮਾਮਲੇ। ਇੱਕ ਮਿੰਟ, ਮੈਂ ਜਿਹੜੀ ਤੁਸੀਂ ਵਾਹਦ ਸਾਹਿਬ ਦੀ ਗੱਲ ਕੀਤੀ ਹੈ ਨਾ, ਮੈਂ ਇੱਥੇ ਕਮੈਂਟ ਕਰ ਦਿੰਦਾ ਜੀ। ਜਿਸ ਢੰਗ ਨਾਲ ਆਪਾਂ ਇਹਨਾਂ ਨੂੰ ਅਰੈਸਟ ਕੀਤਾ ਗਿਆ, ਜਿਹੜੀ ਗੱਲ ਹਮੀਰ ਹੋਰਾਂ ਨੇ ਕੀਤੀ ਹੈ, ਬਿਲਕੁਲ ਵਾਜਿਬ ਗੱਲ ਹੈ ਇਹਨਾਂ ਦੀ। ਮੇਰਾ ਪੁਆਇੰਟ ਬੜਾ ਸਿੰਪਲ ਜਿਹਾ ਹੈ ਕਿ ਜਿਹੜੀ ਵੀ ਪਾਰਟੀ ਪਾਵਰ 'ਚ ਆਉਂਦੀ ਹੈ ਉਹ ਇਸ ਤਰ੍ਹਾਂ ਹੀ ਬਿਹੇਵ ਕਰਦੀ ਹੈ, ਸਿਸਟਮ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਨਹੀਂ ਕਰਦੀ।
ਲਾ ਦਾ ਬੇਸਿਕ ਪੁਆਇੰਟ ਹੈ ਮੈਨ ਇਜ਼ ਇਨੋਸੈਂਟ ਅੰਟਿਲ ਐਂਡ ਅਨਲੈਸ ਪ੍ਰੂਵਡ ਗਿਲਟੀ। ਜਦ ਤੱਕ ਕਚਹਿਰੀ ਕੋਰਟ ਦੇ ਵਿੱਚ ਉਹਦਾ ਕਸੂਰ ਪ੍ਰੂਵ ਨਹੀਂ ਹੁੰਦਾ, ਬੰਦਾ ਤਾਂ ਇਨੋਸੈਂਟ ਹੈ। ਲੇਕਿਨ ਜਿਹੜੀ ਵੀ ਪਾਰਟੀ ਪਾਵਰ ਚ ਆਉਂਦੀ ਹੈ ਉਹ ਇਹਨੂੰ ਅੱਖੋਂ ਪਰੋਖੇ ਕਰਕੇ ਜਿਹੜਾ ਆਪਣਾ ਐਡਵਰਸਰੀ ਹੈ ਉਹਨੂੰ ਹਿਊਮਿਲੇਟ ਕਰਨ ਦੀ ਕੋਸ਼ਿਸ਼ ਕਰਦੀ, ਪਾਰਟੀ ਕੋਈ ਵੀ ਹੈ। ਕੱਲ ਨੂੰ ਜਦੋਂ ਆਪ ਕਿਸੇ ਵੇਲੇ ਚਲੇਗੀ ਆਪੋਜੀਸ਼ਨ ਦੇ ਵਿੱਚ, ਜਿਹੜੇ ਪਾਵਰ ਚ ਆ ਜਾਣਗੇ ਉਹ ਵੀ ਇਹਨਾਂ ਨਾਲ ਇਸ ਤਰ੍ਹਾਂ ਹੀ ਕਰਨਗੇ ਜਿਵੇਂ ਹੁਣ ਅਕਾਲੀਆਂ ਨਾਲ ਹੋ ਰਹੀ ਹੈ। ਜਦੋਂ ਅਕਾਲੀ ਪਾਵਰ ਚ ਆ ਗਈ ਉਹ ਵੀ ਲੋਕਾਂ ਨਾਲ ਇਹੀ ਕਰਦੇ ਆ। ਦੁਖਾਂਤ ਇਸ ਗੱਲ ਦਾ ਹੈ। ਹੁਣ ਤੁਸੀਂ ਆਪਣੀ ਅਗਲੀ ਗੱਲ ਚੱਲੋ। ਉਹਦੇ ਵਿੱਚ ਜਿਹੜੀ ਸਰ ਫੋਟੋ ਦਿੱਤੀ ਗਈ ਹੈ ਨਾ, ਜਿਹੜੀ ਫੋਟੋ ਜਿਸ ਤਰੀਕੇ ਨਾਲ ਤੁਸੀਂ ਜੇਬ ਕਤਰੇ ਫੜਦੇ ਹੋ, ਉਹ ਵੀ ਗਲਤ ਆ ਵੈਸੇ। ਮਤਲਬ ਉਹ ਤਿੰਨ, ਮਤਲਬ ਇੱਕ ਵਾਹਦ, ਉਹਦੀ ਪਤਨੀ ਔਰ ਉਹਦਾ ਬੇਟਾ, ਉਹਨਾਂ ਤਿੰਨਾਂ ਨੂੰ ਖਿਲਾਰ ਕੇ ਉਹਨਾਂ ਦੀ ਫੋਟੋ ਪੁਲਿਸ ਵਾਲੇ ਜਿੱਦਾਂ ਆਸੇ-ਪਾਸੇ ਖੜ ਜਾਂਦੇ ਆ, ਉਹ ਅਖਬਾਰਾਂ ਨੂੰ ਮੀਡੀਆ ਨੂੰ ਜਾਰੀ ਕਰਨੀ, ਮੈਨੂੰ ਲੱਗਦਾ ਇਹ ਕੋਈ ਦੀ ਤੁੱਕ ਨਹੀਂ ਬਣਦੀ। ਇਹ ਥੋੜੀ ਜ਼ਿਆਦਤੀ ਹੈ। ਹਾਂ, ਨਹੀਂ, ਬਿਲਕੁਲ ਨਹੀਂ ਤੁੱਕ ਬਣਦੀ। ਮੈਂ ਉਹੀ ਅਰਜ਼ ਕਰ ਰਿਹਾ, ਜਿਹੜੀ ਪਾਰਟੀ ਪਾਵਰ ਚ ਆਉਂਦੀ ਹੈ ਉਹਨਾਂ ਦਾ ਬਿਹੇਵੀਅਰ ਸੇਮ ਹੈ। ਰੌਲਾ ਇਹ ਚੇਂਜ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਇਹ ਸਿਸਟਮ ਲਾ ਤੁਹਾਡੇ ਕੋਲ ਹੈਗਾ, ਤੁਸੀਂ ਲਾ ਦੇ ਲੈਂਡ ਇੰਪਲੀਮੈਂਟ ਕਰਨਾ। ਤੁਸੀਂ ਰੂਲ ਆਫ ਲਾ ਤੇ ਸਰਕਾਰਾਂ ਕਿਉਂ ਨਹੀਂ ਚਲਾਉਂਦੇ? ਗੱਲ ਇਹ ਹੈ। ਔਰ ਕੋਈ ਪਾਰਟੀ ਵੀ ਹੋਵੇ ਉਹ ਰੂਲ ਨੂੰ ਟਵਿਸਟ ਕਰਦੀ ਹੈ ਜੀ, ਭਾਵੇਂ ਫੇਕ ਐਨਕਾਊਂਟਰ ਹੋਵੇ, ਜੋ ਮਰਜ਼ੀ ਹੋਵੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅਸੀਂ ਅਗਲੀ ਖਬਰ ਤੇ ਜਾਂਦੇ ਹਾਂ ਜੀ। ਯੂਕੇ ਦੇ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਸ਼ੁੱਕਰਵਾਰ ਸਕਾਟਲੈਂਡ ਦੇ ਗਲਾਸਗੋ ਦੇ ਵਿੱਚ ਰੋਕਿਆ ਗਿਆ ਗੁਰੂ ਘਰ ਦੇ ਵਿੱਚ ਜਾਣ ਤੋਂ। ਇਹ ਮੈਨੂੰ ਦੱਸਿਓ ਸਰਦਾਰ ਜਗਤਾਰ ਸਿੰਘ ਜੀ, ਇਸ ਪਰੰਪਰਾ ਨੂੰ, ਇਸ ਰਵਾਇਤ ਨੂੰ ਅਸੀਂ ਕਿਵੇਂ ਜਸਟੀਫਾਈ ਕਰ ਸਕਦੇ ਹਾਂ ਜੀ? ਇਹ ਕਿਹੜੀ ਪਰੰਪਰਾ ਚੋਂ ਆਉਂਦਾ, ਕਿਸ ਰਵਾਇਤ ਚੋਂ ਆਉਂਦਾ? ਗੁਰੂ ਘਰ ਚਾਰ, ਅਸੀਂ ਹਰਿਮੰਦਰ ਸਾਹਿਬ ਤੋਂ ਲੈ ਕੇ ਹਰ ਗੁਰੂ ਘਰ ਲਈ ਕਦੇ ਵੀ ਕੁਆੜ ਬੰਦ ਨਹੀਂ ਹੁੰਦੇ। ਕੁਆੜ ਬੰਦ ਕਰਨ ਦਾ ਇੱਕ ਸਮਾਂ ਹੁੰਦਾ, ਉਹ ਸਾਰਿਆਂ ਲਈ ਹੁੰਦਾ। ਅਦਰਵਾਈਜ਼ ਕੋਈ ਵੀ ਆਵੇ, ਕੋਈ ਵੀ ਮਾਨਵਵਾਦੀ, ਕੋਈ ਵੀ ਹਰ ਤਰ੍ਹਾਂ ਦਾ, ਭਾਵੇਂ ਉਹ ਨਾਸਤਿਕ ਵੀ ਹੈ, ਉਹਦੇ ਲਈ ਉਹ ਦਰ ਖੁੱਲਿਆ। ਇਹ ਕੌਣ ਲੋਕ ਨੇ ਜੀ ਜਿਹੜੇ ਇਸ ਤਰ੍ਹਾਂ ਦੀਆਂ ਪੈੜਾਂ ਪਾ ਰਹੇ? ਗੁਰੂ ਘਰ ਦੀ ਤਾਂ ਰਵਾਇਤ ਹੈ। ਗੁਰੂ ਘਰ ਤਾਂ ਦੁਨੀਆ ਦੇ ਹਰ ਇਨਸਾਨ ਵਾਸਤੇ ਖੁੱਲ੍ਹਾ ਹੈ। ਇਹ ਉਹ ਦਰ ਹੈ ਜਿੱਥੇ ਕੋਈ ਵੀ ਇਨਸਾਨ ਕਿਸੇ ਵੇਲੇ ਵੀ ਆ ਸਕਦਾ ਹੈ। ਮੈਂ ਵੀਡੀਓ ਦੇਖੀ ਜੋ ਕੁਝ ਗਲਾਸਗੋ 'ਚ ਹੋਇਆ। ਉਹ ਤਿੰਨ ਸੱਜਣ ਹੈਗੇ ਜਿਨ੍ਹਾਂ ਨੇ ਹਾਈ ਕਮਿਸ਼ਨਰ ਡੋਰਾਇਸਵਾਮੀ, ਵਰਿੰਦਰ ਡੋਰਾਇਸਵਾਮੀ ਨੂੰ ਰੋਕਿਆ ਤੇ ਕਿਹਾ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ। ਡੋਰਾਇਸਵਾਮੀ ਨੂੰ ਮੈਨੇਜਮੈਂਟ ਨੇ ਇਨਵਾਈਟ ਕੀਤਾ ਸੀਗਾ ਜੀ ਐਜ਼ ਹਾਈ ਕਮਿਸ਼ਨਰ। ਉਹ ਅਫੀਸ਼ੀਅਲ ਕੈਪੈਸਿਟੀ 'ਚ ਆਏ ਹੋਏ ਸੀਗੇ। ਹੁਣ ਜੇ ਮੈਨੇਜਮੈਂਟ ਨੇ ਇਨਵਾਈਟ ਕੀਤਾ ਖੁਦ, ਤੇ ਤੁਸੀਂ ਤਿੰਨ ਬੰਦੇ ਰੋਕ ਰਹੇ ਹੋ ਉਹਨੂੰ। ਟੋਟਲ ਤਿੰਨ ਸੀਗੇ, ਦੋਵਾਂ ਦੇ ਸਾਬਤ ਸੂਰਤ ਸਿੱਖ ਸੀ, ਤੀਸਰਾ ਕਲੀਨ ਸ਼ੇਵਨ ਸੀਗਾ। ਤੇ ਦੋ ਜਿਹੜੇ ਸਿੰਘ ਸੀਗੇ ਸਾਬਤ ਸੂਰਤ, ਉਹਨਾਂ ਨੇ ਬਾਅਦ ਚ ਵੀਡੀਓ ਤੇ ਗੱਲ ਕੀਤੀ, ਇੱਕ ਨੇ ਪੰਜਾਬੀ ਚ, ਇੱਕ ਨੇ ਅੰਗਰੇਜ਼ੀ ਚ। ਲੱਗੇ ਰਿਹਾ ਸੀਗਾ ਕਿ ਦੋਵੇਂ ਉੱਥੋਂ ਦੇ ਜੰਪ ਵਾਲਾ, ਉੱਥੇ ਉਹਨਾਂ ਦੀ ਸਾਰੀ ਐਜੂਕੇਸ਼ਨ ਸਭ ਕੁਛ, ਉਹ ਸਟਾਈਲ ਉਹ ਸੀ ਬਾਹਰ ਵਾਲਾ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਇਹ ਮੋਮੈਂਟਰੀ ਇਸ਼ੂਜ਼ ਨਹੀਂ ਗਏ, ਬਰਾਡਰ ਇਸ਼ੂ ਵੀ। ਸਿੱਖ ਚਾਹੁੰਦੇ ਕੀ ਅਲਟੀਮੇਟਲੀ? ਖਾਲਿਸਤਾਨ ਚਾਹੁੰਦੇ ਹੋ ਕਿ ਪੰਜਾਬ 'ਚ ਬਣਾਉਣਾ ਚਾਹੁੰਦੇ ਹੋ, ਕੈਨੇਡਾ ਬਣਾਉਣਾ ਚਾਹੁੰਦੇ ਹੋ, ਸਾਊਥ ਹਾਲ 'ਚ ਬਣਾਉਣਾ ਚਾਹੁੰਦੇ ਹੋ, ਕਿੱਥੇ ਬਣਾਉਣਾ ਚਾਹੁੰਦੇ ਹੋ? ਗੱਲ ਤਾਂ ਕਲੀਅਰ ਕਰੋ ਨਾ ਕੋਈ। ਜੇ ਇੱਥੇ ਬਣਾਉਣਾ ਚਾਹੁੰਦੇ ਹੋ ਤਾਂ ਭਾਈ ਤੁਸੀਂ ਇੱਥੇ ਆ ਜਾਓ। ਗਦਰ ਪਾਰਟੀ ਵਾਲੇ ਤਾਂ ਚੱਲ ਕੇ ਆਜ਼ਾਦ ਕਰਾਉਣ ਵਾਸਤੇ ਭਾਰਤ ਨੂੰ ਇੱਥੇ ਆਏ ਸੀ, ਉਹ ਤਾਂ ਹਿੰਦੁਸਤਾਨ ਸੀਗੇ, ਉਹ ਵੀ ਹਿੰਦੁਸਤਾਨ ਲਿਖਦੇ ਸੀਗੇ। ਸੋ ਜੋ ਕੁਛ ਅੱਜ ਉਹਨਾਂ ਨੇ ਕੀਤਾ ਉਹ ਮੈਂ ਥੋੜਾ ਜਿਹਾ ਕਲੀਅਰ ਕਰ ਦਿਆਂ। ਨਾਲ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਨੂੰ ਪਰਸਨਲ ਕੈਪੈਸਿਟੀ 'ਚ ਆਉਣੋਂ ਨਹੀਂ ਰੋਕ ਸਕਦੇ। ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਕਿ ਗੁਰੂ ਦੇ ਦਰ ਸਾਰਿਆਂ ਵਾਸਤੇ ਖੁੱਲੇ ਹੈ, ਉਹ ਕਹਿੰਦੇ ਵੀ ਪਰਸਨਲ ਕੈਪੈਸਿਟੀ ਜੀ ਸਦਕੇ ਆਓ, ਲੇਕਿਨ ਤੁਸੀਂ ਜਦੋਂ ਅਫੀਸ਼ੀਅਲ ਕੈਪੈਸਿਟੀ 'ਚ ਆਓਗੇ ਤੇ ਅਸੀਂ ਰੋਕਾਂਗੇ। ਇਸ਼ੂਜ਼ ਇਹ ਪਹਿਲੀ ਵਾਰ ਨਹੀਂ ਹੋਇਆ। 2018 ਜਨਵਰੀ ਦੇ ਵਿੱਚ ਜਦੋਂ ਜਗਤਾਰ ਸਿੰਘ ਜੱਗੀ ਜੋਲ ਫੜਿਆ ਗਿਆ, ਉਸ ਤੋਂ ਬਾਅਦ ਤੇ ਕੁਝ ਡਿਕਸੀ ਗੁਰਦੁਆਰਾ ਆਪਣੇ ਕੈਨੇਡਾ, ਉੱਥੋਂ ਇਸ਼ੂ ਚੱਲਿਆ ਸੀ। ਉਦੋਂ ਉੱਥੇ ਟੈਨਸ਼ਨ ਬਿਲਡ ਹੋਈ ਸੀਗੀ ਕਿ ਉੱਥੇ ਸਮੱਸਿਆ ਇਹ ਕਿਹਾ ਗਿਆ ਸੀਗਾ ਕਿ ਸਰਕਾਰ, ਹਿੰਦੁਸਤਾਨ ਦੀ ਸਰਕਾਰ ਕੈਨੇਡਾ ਦੇ ਸਿੱਖਾਂ ਦੇ ਵਿੱਚ ਜਾਂ ਬਾਹਰਲੇ ਸਿੱਖਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ। ਉਹਨੂੰ ਲੈ ਕੇ ਬਹੁਤ ਵੱਡਾ ਰੋਸ ਚੱਲਿਆ ਸੀਗਾ ਔਰ ਬਹੁਤ ਸਾਰੇ ਮੁਲਕਾਂ ਦੀ ਕੰਪੇਨ ਚੱਲ ਪਈ ਸੀਗੀ। ਆਸਟ੍ਰੇਲੀਆ, UK, USA, ਕੈਨੇਡਾ ਸਭ ਨੇ ਬੈਨ ਕਰਤਾ ਕਿ ਕੋਈ ਇੰਡੀਅਨ ਡਿਪਲੋਮੈਟ ਅਫੀਸ਼ੀਅਲ ਕੈਪੈਸਿਟੀ ਦੇ ਵਿੱਚ ਗੁਰੂ ਘਰ ਦੇ ਵਿੱਚ
ਐਂਟਰ ਨਹੀਂ ਕਰ ਸਕੇਗਾ। ਇਹ ਲਗਾਤਾਰ ਰੌਲਾ ਪਈ ਗਿਆ, ਬਹੁਤ ਟੈਨਸ਼ਨ ਬਿਲਡਅਪ ਹੋਈ ਸੀਗੀ। ਲੇਕਿਨ ਆਪਾਂ ਭੁੱਲ ਜਾਂਦੇ ਹਾਂ ਕਿ ਸਾਡਾ ਇੰਡੀਅਨ ਸਟੇਟ ਦਾ ਰਿਸ਼ਤਾ ਕੀ ਹੈ। ਜਿਹੜੇ ਬਾਹਰ ਨੇ, ਜਿਨ੍ਹਾਂ ਨੇ ਇੱਥੇ ਨਹੀਂ ਵਾਪਸ ਆਉਣਾ, ਉਹਨਾਂ ਦੇ ਇਸ਼ੂ ਤਾਂ ਵੱਖਰੇ ਹੈਗੇ, ਤੇ ਜਿਨ੍ਹਾਂ ਨੇ ਵਾਪਸ ਆਉਣਾ ਹੈ ਉਹਨਾਂ ਨੂੰ ਤਾਂ ਇੰਡੀਆ ਦੀ ਲੋੜ ਹੈਗੀ ਹੈ, ਉਹਨਾਂ ਡਿਪਲੋਮੈਟ ਦੀ ਵੀ ਲੋੜ ਹੈਗੀ ਹੈ। ਮੈਂ ਜਿਹੜੀ ਮੋਟੀ ਗੱਲ ਕਰ ਲੱਗਾ ਵੀ ਚਾਹੁੰਦੇ ਕੀ ਹੈ ਤੁਸੀਂ? ਕੀ ਤੁਸੀਂ ਸਿੱਖ ਆਪਣਾ ਨੁਕਸਾਨ ਆਪ ਤਾਂ ਨਹੀਂ ਕਰ ਰਹੇ? ਇਹ ਸਾਰੇ ਜਿਹੜਾ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਲਗਾਤਾਰ ਹੀ, ਵਾਰ-ਵਾਰ, ਪਹਿਲਾਂ ਤਾਂ ਆਪਣਾ ਜਦੋਂ ਮੈਂ ਕਹਿੰਦਾ ਵੀ ਨਿਸ਼ਾਨਾ ਫਿਕਸ ਕਰੋ, ਫਿਰ ਇਹ ਕਹਿ ਦੇਣਗੇ ਵੀ ਨਿਸ਼ਾਨਾ ਤਾਂ ਸਾਡਾ ਖਾਲਿਸਤਾਨ ਫਿਕਸ ਹੋਇਆ। ਤੁਸੀਂ ਬਾਹਰ ਬੈਠਿਆਂ ਨੇ ਕਰ ਲਿਆ, ਇੱਥੇ ਕਰ ਲਿਆ, ਕਿ ਇੱਥੇ ਕੋਈ ਉਹਦੇ ਬਾਰੇ ਕੋਈ ਅਵੇਅਰਨੈਸ ਹੈ, ਲੋਕ ਕੰਮ ਕਰ ਰਹੇ ਹੈ, ਕੋਈ ਮੂਵਮੈਂਟ ਚੱਲ ਰਹੀ ਹੈ ਕਿਸੇ ਪਾਸੇ? ਤੁਸੀਂ ਜਿਹੜੇ ਸਿੱਖ ਪੰਜਾਬ 'ਚ ਬੈਠੇ ਹੋਏ ਹੈ ਉਹਨਾਂ ਦਾ ਵੀ ਨੁਕਸਾਨ ਕਰ ਰਹੇ ਹੋ, ਜਿਹੜੇ ਬਾਹਰ ਬੈਠੇ ਉਹ ਵੀ ਕਰ ਰਹੇ ਹੋ। ਸਿੱਖ ਇੱਕ ਡਾਇਨਾਮਿਕ ਕਮਿਊਨਿਟੀ ਹੈ, ਇਹਨਾਂ ਨੇ ਸਾਰੀ ਦੁਨੀਆ 'ਚ ਆਪਣੀ ਥਾਂ ਬਣਾਈ ਹੈ। ਰਿਪਰੈਸ਼ਨ 47 ਤੋਂ ਬਾਅਦ, ਖਾਸ ਕਰਕੇ 78 ਤੋਂ ਬਾਅਦ ਸਿੱਖਾਂ ਤੇ ਬਹੁਤ ਹੋਇਆ। ਬਲੂਚਿਸਤਾਨ ਸਭ ਤੋਂ ਵੱਡੀ ਐਗਜ਼ਾਮਪਲ ਹੈ। ਮੈਂ ਪਹਿਲਾਂ ਕਹਿ ਕੇ ਹਟਿਆ, ਇੱਥੇ ਸੈਂਕੜੇ ਫੇਕ ਐਨਕਾਊਂਟਰ ਹੋਈਆਂ। ਮੈਂ ਸਭ ਕੁਝ ਮੰਨ ਕੇ ਫਿਰ ਅੱਗੇ ਤੁਰਦਾ। ਉਹਦੇ ਵਿੱਚ ਨਵੰਬਰ 1984 ਵੀ ਹੈ, ਇੰਦਰਾ ਗਾਂਧੀ ਦਾ ਵੀ ਕਤਲ ਕੀਤਾ ਹੋਇਆ, ਪ੍ਰਾਈਮ ਮਿਨਿਸਟਰ ਦਾ। ਸੋ ਉਹ ਸਾਰਾ ਨੈਰੇਟਿਵ ਹੈਗਾ। ਲੇਕਿਨ ਤੁਸੀਂ ਇਹਦੇ ਵਿੱਚੋਂ ਕੱਢਣਾ ਕੀ ਚਾਹੁੰਦੇ ਹੋ? ਸਾਰੀ ਗੱਲ ਦੇ ਵਿੱਚੋਂ ਜਦੋਂ ਬਿਲਡ ਕਰਦੇ ਹੋ, ਲੋਕਾਂ ਨੂੰ ਟੈਨਸ਼ਨ ਕ੍ਰੀਏਟ ਕਰਦੇ ਹੋ, ਖਿਲਾਫ ਨਾਅਰੇਬਾਜ਼ੀ ਕਰਦੇ ਹੋ। ਠੀਕ ਹੈ, ਹਰਦੀਪ ਸਿੰਘ ਨਿੱਜਰ ਦਾ ਮਾਮਲਾ ਸਾਹਮਣੇ ਆ ਗਿਆ, ਹੁਣ ਉਹ ਤਾਂ ਟੈਨਸ਼ਨ ਬਿਲਡ ਹੋਈ ਹੈ। ਕੋਈ ਸਾਹਮਣੇ ਤਾਂ ਗੱਲ ਆ ਲੈਣ ਦਿੰਦਾ ਘੱਟੋ ਘੱਟ, ਬਈ ਅਸਲੀ ਕਾਰਨ ਹੋਇਆ ਕੀ ਹੈ। ਜੀ, ਜਦ ਤੱਕ ਸਾਰੀ ਗੱਲ ਸੱਚਾਈ ਸਾਹਮਣੇ ਨਹੀਂ ਆਉਂਦੀ, ਉਹ ਇਸ਼ੂ USA ਨੇ ਟੇਕਅਪ ਕੀਤਾ ਹੋਇਆ, ਆਸਟ੍ਰੇਲੀਆ ਨੇ ਟੇਕਅਪ ਕੀਤਾ ਹੋਇਆ ਹੈ, ਕੱਲਾ ਕੈਨੇਡਾ ਨਹੀਂ ਹੈ, UK ਨੇ ਟੇਕਅਪ ਕੀਤਾ ਹੋਇਆ ਇੰਡੀਆ ਦੇ ਨਾਲ। ਪਰ ਤੁਸੀਂ ਕੀ ਕਰਨਾ ਚਾਹੁੰਦੇ ਹੋ? ਨਾਲੇ ਤੁਸੀਂ ਇਹ ਛੋਟੀ ਛੋਟੀਆਂ ਹਰਕਤਾਂ ਕਰਕੇ ਤੁਸੀਂ ਨੁਕਸਾਨ ਕਿਹਦਾ ਕਰ ਰਹੇ ਹੋ? ਅਲਟੀਮੇਟਲੀ ਗੱਲ ਤਾਂ ਇਹ ਹੈ, ਜਿਹੜਾ ਸਿੱਖ ਫਾਰ ਜਸਟਿਸ ਹੈ, ਜਿਹੜਾ ਉਹਨਾਂ ਦਾ ਗਰੁੱਪ ਉਤਪਾਦ ਸਿੰਘ ਪੰਨੂ ਹੈ, ਉਹਦਾ ਦੇਖੋ ਨਹੀਂ ਸਿੱਖ ਨਹੀਂ ਜਿਹਦੇ ਮਗਰ ਤੁਸੀਂ ਲੱਗੇ ਹੋਏ ਹੋ। ਕੀ ਉਹ ਜਿਹੜਾ ਨਾਨ ਬਾਈਂਡਿੰਗ ਰੈਫਰੈਂਡਮ ਹੈ ਉਹਦੇ ਨਾਲ ਖਾਲਿਸਤਾਨ ਬਣ ਜਾਏਗਾ? ਉਹ ਲਾਗੂ ਕਿਤੇ ਹੋਣਾ? ਕਦੇ ਸੋਚੋ ਬੈਠ ਕੇ ਬਈ ਤੁਸੀਂ ਕਰ ਕੀ ਰਹੇ ਜੀ। ਇੰਨੀਆਂ ਪੰਜਾਬ ਦੇ ਵਿੱਚ 40,000 ਬੰਦਾ 15 ਸਾਲ ਦੇ ਵਿੱਚ ਮਰ ਗਿਆ, ਉਹ ਕਿਸ ਖਾਤੇ 'ਚ ਹੈ? ਇਹ ਕਦੇ ਸੋਚਿਆ ਬੈਠ ਕੇ ਕਿ ਇਹ ਸਾਰਾ ਕੁਝ ਜੋ ਪੰਜਾਬ ਦੇ ਵਿੱਚ ਹੋਇਆ ਉਹ ਫਿਨਾਮਨਾ ਕੀ ਸੀਗਾ? ਜਿਹੜੇ ਲੀਡਰ ਹੁਣ ਬਾਹਰ ਬੈਠੇ ਹੈ, ਜਿਹੜੇ ਇਹਨਾਂ ਦੇ ਆਈਡੀਓਲੌਗ ਸੀ, ਹੁਣ ਮੂੰਹ ਕਿਉਂ ਸੀਤੇ ਹੋਏ ਸਾਰਿਆਂ ਦੇ? ਕਦੇ ਇੰਟਰੋਸਪੈਕਸ਼ਨ ਕੀਤੀ ਹੈ ਕਿ ਜੋ ਕੁਝ ਉਹ ਮੂਵਮੈਂਟ ਚੱਲੀ ਉਹ ਕੀ ਸੀ? ਮੈਂ ਕੱਢਣ ਪਾਉਣ ਦੀ ਗੱਲ ਨਹੀਂ ਕਰ ਰਿਹਾ, ਮੈਂ ਹਿਸਾਬ ਦੇ ਵਿੱਚ ਨਹੀਂ ਪੈਂਦਾ ਹੁੰਦਾ, ਲੇਕਿਨ ਹਮੇਸ਼ਾ ਇੱਕ ਸਟਰਗਲ ਦੀ ਇੰਟਰੋਸਪੈਕਸ਼ਨ ਹੋਇਆ ਕਰਦੀ ਹੈ ਵੀ ਜੋ ਕੁਝ ਹੋਇਆ ਉਹ ਕੀ ਸੀ। ਜਦ ਤੱਕ ਉਹ ਇੰਟਰੋਸਪੈਕਸ਼ਨ ਨਹੀਂ ਹੁੰਦੀ, ਆ ਛੋਟੀਆਂ ਮੋਟੀਆਂ ਹਰਕਤਾਂ ਦੇ ਨਾਲ ਸਿੱਖਾਂ ਦਾ ਆਪਣਾ ਨੁਕਸਾਨ ਅਲਟੀਮੇਟਲੀ ਜ਼ਿਆਦਾ ਹੋਏਗਾ। ਜੀ, ਐਕਸ਼ਨ ਤੇ ਰਿਐਕਸ਼ਨ ਇਹ ਦੋਨਾਂ ਨੇ ਬਹੁਤ ਨੁਕਸਾਨ ਕੀਤਾ। ਤੁਸੀਂ ਗੱਲ ਕਰ ਰਹੇ ਸੀਗੇ ਕਿ ਕਿੰਨੇ ਲੋਕ ਉਹਦੇ ਵਿੱਚ ਫੇਕ ਐਨਕਾਊਂਟਰ 'ਚ ਮਾਰੇ ਗਏ, ਔਰ 84 ਦੇ ਵਿੱਚ ਉੱਥੇ ਦਿੱਲੀ 'ਚ ਕਿੰਨੇ ਮਾਰੇ ਗਏ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ। ਲੇਕਿਨ ਸਵਾਲ ਇਹ ਕਿ ਬੇਕਸੂਰ ਕਿੰਨੇ ਮਾਰੇ ਗਏ? ਪੰਜਾਬ ਦੇ ਵਿੱਚ ਕਿੰਨੇ ਹਿੰਦੂ ਮਾਰੇ ਗਏ, ਕਿੰਨੇ ਸਿੱਖ ਮਾਰੇ ਗਏ, ਕਿੰਨੇ ਪੁਲਿਸ? ਮੈਂ ਜਦੋਂ ਮੈਂ 40,000 ਬੰਦਿਆਂ ਦੀ ਗੱਲ ਕਰਦਾ, ਉਹਦੇ ਸਾਰੇ ਆਉਂਦੇ ਹੈ। ਹਾਂ, ਮਤਲਬ ਉਹਦੇ ਬੱਚੇ ਵੀ ਆਉਂਦੇ, ਜਨਾਨੇ ਵੀ ਆਉਂਦੇ, ਹਿੰਦੂ ਵੀ ਆਉਂਦੇ, ਸਿੱਖ ਵੀ ਆਉਂਦੇ, ਉਹਦੇ ਸਾਰੇ ਆਉਂਦੇ ਆ ਜੀ। ਜਿਹੜੇ ਜਿਉਣਾ ਚਾਹੁੰਦੇ ਸੀ ਉਹਨਾਂ ਨੂੰ ਮਤਲਬ ਮੌਤ ਮਿਲੀ, ਕੌਣ ਜ਼ਿੰਮੇਵਾਰ ਆ? ਇਹਦੇ ਚੋਂ ਪ੍ਰਾਪਤੀ ਕੀ ਹੋਈ, ਕੌਣ ਜ਼ਿੰਮੇਵਾਰ ਆ? ਇਹ ਸਾਰੇ ਸਵਾਲ ਜਿਨ੍ਹਾਂ ਦੇ ਉੱਤੇ ਮੇਰੇ ਇੱਕ ਲੰਬੀ ਬਹਿਸ ਦੀ ਲੋੜ ਆ। ਔਰ ਇਹ ਦਰਅਸਲ ਇੰਟਰੋਸਪੈਕਸ਼ਨ ਕਰੂਗਾ ਵੀ ਕੌਣ, ਇਹ ਵੀ ਵੇਖਣ ਵਾਲੀ ਗੱਲ ਹੈ ਨਾ। ਅੱਜ ਦੇ ਦਿਨ 'ਚ ਤੇ ਪਿਛਲੇ ਦਿਨਾਂ ਦੇ ਵਿੱਚ ਇਹਦਾ ਲੀਡਰ ਕੌਣ ਸੀਗਾ? ਇਹ ਆਪ ਮੁਹਾਰੀ ਜਦੋਂ ਹੋ ਜਾਂਦੀ ਹੈ ਚੀਜ਼, ਫਿਰ ਉਹ 'ਚੋਂ ਨਿਕਲਦਾ ਕੁਝ ਨਹੀਂ। ਔਰ ਤੁਸੀਂ ਫਿਰ ਇੱਕ ਦਹਾਕਾ, 2 ਦਹਾਕੇ, 3 ਦਹਾਕੇ ਪਿੱਛੇ ਪਈ ਜਾਂਦੇ ਹੋ ਤੇ ਉਹਦੇ ਵਿੱਚ ਕੋਈ ਜਮਾ ਜੋੜ ਤਾਂ ਹੁੰਦਾ ਨਹੀਂ। ਸਰਦਾਰ ਹਮੀਰ ਸਿੰਘ ਜੀ, ਇਹ ਤਰਾਸਦੀਆਂ ਇਸ ਧਰਤੀ ਦੀ ਹਿੱਕ ਦੇ ਉੱਤੇ ਬਾਰ-ਬਾਰ ਲਹੂ ਵੰਡਦੀਆਂ ਨੇ, ਔਰ ਇਹ ਤਰਾਸਦੀਆਂ ਬਾਰ-ਬਾਰ ਵੱਖ-ਵੱਖ ਰੂਪਾਂ 'ਚ ਪੇਸ਼ ਹੁੰਦੀਆਂ ਨੇ। ਮਤਲਬ ਕੋਈ ਛੋਟੀ ਤੋਂ ਵੱਡੀ ਘਟਨਾ ਤੱਕ ਅਖੀਰ ਦੇ ਵਿੱਚ ਇੱਕ ਤਣਾਅ 'ਚੋਂ ਨਿਕਲਦੀ ਆ, ਲੋਕਾਂ ਦੇ ਸਾਹ ਸੂਤੇ ਜਾਂਦੇ ਆ। ਨੋ ਡਾਊਟ ਤੁਸੀਂ ਸਾਲਾਂ ਤੱਕ ਲੜਾਈ ਦੇ ਵਿੱਚ ਨਹੀਂ ਰਹਿ ਸਕਦੇ, ਔਰ ਤੁਸੀਂ ਲਗਾਤਾਰ ਲੜ ਵੀ ਨਹੀਂ ਸਕਦੇ, ਔਰ ਤੁਸੀਂ ਫਿਰ ਬਿਨਾਂ ਸਾਧਨਾਂ ਤੋਂ ਵੀ ਨਹੀਂ ਲੜ ਸਕਦੇ। ਤੁਸੀਂ ਲੜਾਈ ਲੜ ਕੇ ਨਹੀਂ ਰਹੇ ਹੋ, ਪਹਿਲੀ ਗੱਲ ਤਾਂ ਇਹ ਵੀ ਹੈ ਨਾ। ਤੇ ਅੱਜ ਦੇ ਦਿਨ ਦੇ ਵਿੱਚ ਜਦੋਂ ਸਾਡੀ ਬਹੁਗਿਣਤੀ ਆਬਾਦੀ ਜਿਹੜੀ ਆ ਉਹ ਆਰਥਿਕਤਾ ਦੇ ਲਿਹਾਜ਼ ਨਾਲ, ਰੋਟੀ ਰੋਜ਼ੀ ਨਾਲ, ਸਹੂਲਤਾਂ ਨਾਲ ਵੱਜ ਗਈ ਆ, ਤਾਂ ਜਿਹੜੇ ਇਹ ਜੇ ਚੀਜ਼ਾਂ ਹੋ ਰਹੀਆਂ ਉਹਨਾਂ ਚੋਂ ਕੁਝ ਲੋਕ ਇਸੇ ਵਰਗਲਾਹਟ ਚ ਆ ਰਹੇ ਆ।
ਮਤਲਬ ਮਗਰ ਲੱਗਣ ਵਾਲੇ ਵੀ ਬਲੈਕ ਸੂਚੀਆਂ 'ਚ ਜਾਂਦੇ ਆ, ਕੀ ਕਰੋਗੇ? ਸਭ ਤੋਂ ਬੜਾ ਮਾਮਲਾ ਮੈਨੂੰ ਲੱਗਦਾ ਇਹ ਹੈ ਕਿ ਜਿਹੜੇ ਸਿੱਖ ਕਮਿਊਨਿਟੀ ਹੈ ਇਹਦੇ ਕੋਲ ਕੋਈ ਐਸੀ ਐਕਸੈਪਟੇਬਲ ਅਥਾਰਟੀ ਨਹੀਂ ਹੈ ਜੋ ਨੋਰਮ ਤੈਅ ਕਰੇ ਜਿਹਦੇ ਖਾਕੇ 'ਚ ਚੱਲ ਸਕੇ। ਜਦੋਂ ਤੋਂ ਲਗਾਤਾਰ ਇਹ ਚੱਲਿਆ ਕਿ ਅਕਾਲ ਤਖਤ ਦੀ ਅਥਾਰਟੀ ਵੀ ਕੰਪਰੋਮਾਈਜ਼ ਹੋ ਗਈ, ਬੜੇ ਲੰਬੇ ਸਮੇਂ ਤੋਂ ਇਹ ਲੱਗਣ ਲੱਗ ਗਿਆ ਕਿ ਉਹ ਵੀ ਉੱਥੇ ਬੈਠ ਕੇ ਵੀ ਜਿਹੜੇ ਫੈਸਲੇ ਹੁੰਦੇ ਨੇ ਜਾਂ ਉਹਦਾ ਜੋ ਹੁਕਮਨਾਮਾ ਜਾਂ ਉਹ ਗੱਲ ਜੋ ਕਰਨਗੇ ਫੈਸਲਾ ਲੈਣਗੇ, ਸਾਰੀ ਕਮਿਊਨਿਟੀ ਦੇਸ਼ ਵਿਦੇਸ਼ 'ਚ ਬੈਠੀ ਉਹਦੇ ਮੁਤਾਬਕ ਐਕਟ ਕਰੇਗੀ। ਕੁਝ ਮਾਮਲੇ ਇਸ ਲੈਵਲ ਦੇ ਨੇ, ਚਾਹੇ ਉਹ ਮਰਿਆਦਾਵਾਂ ਦੇ ਮਾਮਲੇ ਨੇ, ਚਾਹੇ ਉਹ ਧਾਰਮਿਕ ਸੰਚਾਲਨ ਦੇ ਮਾਮਲੇ ਨੇ, ਚਾਹੇ ਉਹ ਡਿਫਰੈਂਟ ਟਾਈਪ ਦੇ ਰਹਿਤ ਦੇ ਜੇ ਉਹ ਸਾਰੇ, ਉਹ ਇੱਕ ਤਾਂ ਹੈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਵਾਲ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਬਾਹਰ ਦੀਆਂ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਨੇ ਆਪਣੀਆਂ, ਉਹ ਅਲੱਗ ਹੈ। ਪਰ ਉਹ ਮੈਨੇਜਮੈਂਟ ਕਮੇਟੀਆਂ ਕਿਸ ਡਾਇਰੈਕਸ਼ਨ 'ਚ ਕੰਮ ਕਰਨਗੀਆਂ, ਕਿਹੜੇ ਕੀ ਉਹਨਾਂ ਨੇ ਆਪਣਾ ਇੱਕ ਰੋਡ ਮੈਪ ਬਣਾਇਆ ਹੋਇਆ ਕਿ ਇਹਦੇ ਦਾਇਰੇ 'ਚ ਕੰਮ ਕਰਨਗੀਆਂ। ਇੱਕ ਤਾਂ ਕਾਫੀ ਲੰਮੇ ਸਮੇਂ ਤੋਂ ਜਿਹੜੀ ਉਹ ਅਥਾਰਟੀ ਦਾ ਕਮਜ਼ੋਰ ਹੋਣਾ, ਇਹ ਆਪਣੇ ਆਪ 'ਚ ਲਗਾਤਾਰਤਾ ਦੇ ਵਿੱਚ ਸੰਕਟ ਖੜੇ ਕਰ ਰਿਹਾ। ਅਸੀਂ ਉਹਨੂੰ ਮਜ਼ਬੂਤ ਕਰਨ ਦੇ ਵਾਸਤੇ ਕਿ ਉਹ ਕਿਵੇਂ ਇੰਪਰੂਵ ਹੋਵੇ, ਕਿਹੜੇ ਢੰਗ ਨਾਲ ਸਾਰੇ ਲੋਕਾਂ ਦੀ ਸੁਣੀ ਜਾਵੇ, ਕਿਵੇਂ ਫੈਸਲੇ ਹੋਣੇ ਚਾਹੀਦੇ ਨੇ, ਕੀ ਉੱਥੇ ਸੰਵਾਦ ਹੋ ਕੇ ਆਪਸਦਾਰੀ ਨਾਲ ਸੰਗਤੀ ਰੂਪ 'ਚ ਫੈਸਲੇ ਲਏ ਜਾਣ ਜਾਂ ਨਹੀਂ ਲਏ ਜਾਣ, ਜਾਂ ਕੀਤਾ ਕੀ ਜਾਵੇ। ਇਹ ਬਹੁਤ ਬੜਾ ਸਵਾਲ ਹੈ ਇਹਨਾਂ ਮਾਮਲਿਆਂ 'ਚ। ਦੂਜੀ ਗੱਲ, ਜਦੋਂ ਵੀ ਸਾਡੇ ਕੋਈ ਮਾਮਲੇ ਸਾਹਮਣੇ ਆਉਂਦੇ ਨੇ ਕਿ ਉਹਦੇ ਤੇ ਜਿਹੜਾ ਜਦੋਂ ਪ੍ਰਤੀਕਿਰਿਆ ਦੇਣੀ ਹੁੰਦੀ ਹੈ ਉਹ ਸਿੱਖ ਫਿਲਾਸਫੀ ਉਹਦੀ ਬੁਨਿਆਦ ਹੋਣੀ ਚਾਹੀਦੀ ਹੈ, ਜਾਂ ਲੇਮੈਨ ਦੀ ਤਰ੍ਹਾਂ ਚਾਰ ਬੰਦਿਆਂ ਦਾ ਇੱਕ ਗਰੁੱਪ ਹੈ, ਇੱਕ ਸੰਗਠਨ ਹੈ, ਉਹ ਜੋ ਮਰਜੀ ਉਹਦੇ ਤੇ ਆਪਣਾ ਰਿਐਕਸ਼ਨ ਦੇ ਸਕਦੇ। ਜੇਕਰ ਧਾਰਮਿਕ ਐਂਗਲ ਤੋਂ ਤੁਸੀਂ ਕਹਿੰਦੇ ਹੋ ਵੀ ਸਾਡੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ, ਮੈਂ ਕੋਈ ਵੀ ਕਿਸੇ ਵੀ ਵਿਚਾਰ ਨਾਲ ਸਹਿਮਤ ਹੋ ਸਕਦਾ, ਪਰ ਉਹ ਇੱਕ ਵੱਡੇ ਦਾਇਰੇ ਦੇ ਵਿੱਚ ਸਿੱਖ ਫਿਲਾਸਫੀ ਨੂੰ ਜੇ ਨਜ਼ਰ ਅੰਦਾਜ਼ ਕਰਕੇ ਚੱਲਦਾ ਹੈ, ਉਹ ਜਿੱਡਾ ਮਰਜੀ ਉਹਦਾ ਨਿਸ਼ਾਨਾ ਪਵਿੱਤਰ ਵੀ ਹੋਵੇ, ਜਿੱਡਾ ਮਰਜੀ ਕੋਈ ਗੱਲ ਵੀ ਹੋਵੇ, ਤਾਂ ਉਹਦਾ ਕੋਈ ਮਤਲਬ ਨਹੀਂ ਹੁੰਦਾ ਕਿਸੇ ਵੀ ਰੂਪ ਦੇ ਵਿੱਚ। ਇਸੇ ਕਰਕੇ ਜਿਹੜੇ ਸਭ ਤੋਂ ਬੜੇ ਕੁਐਸਚਨ ਨੇ ਸਾਡੇ ਸਾਹਮਣੇ, ਔਰ ਜਿਹੜਾ ਸੇਵਾ ਦਾ ਕਨਸੈਪਟ ਹੈ ਸਿੱਖੀ ਦੇ ਵਿੱਚ, ਸੇਵਾ ਦੇ ਨਾਲ ਬਰਾਬਰੀ ਦਾ ਕਨਸੈਪਟ ਹੈ, ਦਾਇਰੇ ਨੂੰ ਵੈਲਕਮ ਕਰਨ ਦਾ ਕਨਸੈਪਟ ਹੈ, ਉਹ ਕੋਈ ਵੀ ਹੈ ਕਿਸੇ ਜਿਹੜੇ ਮਾਮਲਿਆਂ ਦੇ ਵਿੱਚ ਆਉਂਦੇ ਨੇ। ਇੱਥੇ ਤਾਂ ਪੋਲੀਟੀਕਲ ਕੈਪੈਸਿਟੀ 'ਚ ਵੀ ਲੋਕ ਆਏ ਨੇ ਜਿਹੜੇ ਉਹਨਾਂ ਦੇ ਬੁੱਕਲ 'ਚ ਆ ਗਏ ਤੇ ਉਹਨਾਂ ਲਈ ਲੜ ਕੇ ਮਰ ਗਏ ਉਸੇ ਮਾਮਲੇ ਦੇ ਵਿੱਚੋਂ ਖੜ ਕੇ। ਕੱਲਾ ਸਮੂਹਿਕ ਖੇਤਰ ਦਾ ਐਂਗਲ ਤੋਂ ਵੀ ਆਪਣੀਆਂ ਪ੍ਰੋਬਲਮ 'ਚ ਲੈ ਕੇ ਗੁਰੂ ਸਾਹਿਬਾਨਾਂ ਤੱਕ ਵੀ ਆਉਂਦੇ ਰਹੇ ਤੇ ਬਾਕੀ ਮਾਮਲਿਆਂ ਦੇ ਵਿੱਚ ਵੀ ਆਉਂਦੇ ਰਹੇ, ਔਰ ਇਤਿਹਾਸ ਸਾਡਾ ਉਸ ਨਾਲ ਭਰਿਆ ਪਿਆ। ਔਰ ਜੇਕਰ ਅਬਦਾਲੀ ਤੇ ਬਾਕੀ ਲੋਕ ਜਾਂਦੇ ਸੀ, ਉਹ ਸਿੱਖਾਂ ਨੂੰ ਮਾਰ ਕੇ ਇਹਨਾਂ ਨੂੰ ਲੁੱਟ ਕੇ ਥੋੜੀ ਜਾਂਦੇ ਸੀ ਇਕੱਲੇ, ਤੇ ਉਹ ਤਾਂ ਉਧਰੋਂ ਆਉਂਦੇ ਸੀ, ਲੰਘਦੇ ਸੀ ਇੱਥੇ ਦੀ ਕਿਤੋਂ। ਉਹ ਕਿਉਂ ਉਸ ਮਾਮਲੇ ਦੇ ਵਿੱਚ ਕਰਦੇ? ਜਦੋਂ ਅਸੀਂ ਸਰਬੱਤ ਦੇ ਭਲੇ ਦਾ ਗੱਲ ਕਰਦੇ ਹਾਂ, ਉਪਦੇਸ਼ ਚੌ ਵਰਨੋਂ ਕੋ ਸਾਂਝਾ ਦੀ ਗੱਲ ਕਰਦੇ ਹਾਂ, ਮਾਨਸਿਕੀ ਸਾਥ ਸਭ ਇੱਕ ਪਹਿਚਾਣ ਵਿੱਚ ਦੀ ਗੱਲ ਕਰਦੇ ਹਾਂ, ਤਾਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਇਹੀ ਇੱਕ ਵਿਲੱਖਣਤਾ ਹੈ ਕਿ ਉੱਥੇ ਹਰ ਕੋਈ ਬੰਦਾ ਜਾ ਸਕਦਾ, ਆ ਸਕਦਾ। ਸਾਡੇ ਹੁਣ ਅਸਲ 'ਚ ਕਿਰਦਾਰ ਇਹ ਹੋ ਗਿਆ, ਇਹ ਤਾਂ ਚਲੋ ਇੱਕ ਤੁਸੀਂ ਡਿਪਲੋਮੈਟ ਨੂੰ ਜਾਂ ਉਹਨਾਂ ਦੇ ਇੱਕ ਅਧਿਕਾਰੀ ਨੂੰ ਰੋਕਤਾ ਜੀ ਉੱਥੋਂ ਨਹੀਂ ਆਉਣਾ, ਤੇ ਨਾਰਮਲੀ ਅੱਜ ਤੱਕ ਇੱਕ ਕਿਰਦਾਰ ਰਿਹਾ ਕਿ ਗੁਰੂ ਸਾਹਿਬ ਦੇ ਸਾਹਮਣੇ ਅੰਦਰ ਜਦੋਂ ਗੁਰੂ ਸਾਹਿਬ ਪ੍ਰਕਾਸ਼ ਨੇ ਉੱਥੇ ਲੜਾਈ ਨਹੀਂ ਕਰਨੀ। ਹੁਣ ਪੱਗਾਂ ਉਤਰਦੀਆਂ ਨੇ ਅੰਦਰ, ਤਲਵਾਰਾਂ ਚੱਲਦੀਆਂ, ਰੋਜ਼ ਦੇਖਦੇ ਆਪਾਂ। ਇੱਥੇ ਹਰਿਆਣੇ 'ਚ ਬਾਰ-ਬਾਰ ਹੋ ਜਾਂਦਾ, ਸਾਡੇ ਪੰਜਾਬ 'ਚ ਵੀ ਕਈ ਥਾਵਾਂ ਤੇ ਹੁੰਦਾ, ਬਾਹਰ ਤਾਂ ਬਹੁਤ ਹੀ ਹੁੰਦਾ ਇਹ ਉਸ ਮਾਮਲੇ ਦੇ ਵਿੱਚ ਚੱਲ ਕੇ ਕਿ ਆ ਪਿਛਲੇ ਦਿਨਾਂ 'ਚ ਕਈ ਦੇਸ਼ਾਂ ਦੇ ਵਿੱਚ ਗਏ ਪ੍ਰੋਫੈਸਰ ਧੁੱਦਾ ਦਾ ਮਾਮਲਾ ਆਇਆ ਤੇ ਉਹਨਾਂ ਨੇ ਅੰਦਰ ਜਾਣ ਤੋਂ ਰੋਕਿਆ ਪਹਿਲਾਂ, ਫਿਰ ਉਹ ਕਹਿੰਦੇ ਮੱਥਾ ਟੇਕਣ ਤੋਂ ਤਾਂ ਨਹੀਂ ਰੋਕ ਸਕਦੇ, ਫਿਰ ਬੰਦੇ ਨਾਲ ਜਾਂਦੇ ਨੇ ਉਵੇਂ ਆਲੇ ਦੁਆਲੇ ਵਰਗ ਲਾ ਕੇ ਕਿ ਉੱਥੇ ਵੀ ਬੈਠ ਜੀ ਕਿਤੇ, ਉੱਥੇ ਗੱਲ ਨਾ ਕਰਨਾ ਸ਼ੁਰੂ ਕਰਦੇ। ਇਹ ਕਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ ਮਤਲਬ ਇਸ ਪੱਧਰ ਦੇ ਉੱਤੇ, ਆਪਸਦਾਰੀ ਦੇ ਵਿੱਚ ਵੀ, ਕਮਿਊਨਿਟੀ ਦੇ ਅੰਦਰ ਵੀ। ਇਹਦਾ ਮਤਲਬ ਜਿਹਦਾ ਤਕੜੇ ਦਾ ਸੱਤੇ ਵੀ ਹਿੱਸਾ ਹੈ, ਜਿਹੜਾ ਜ਼ਿਆਦਾ ਗਾਹ ਪਾ ਸਕਦਾ ਹੈ, ਜ਼ਿਆਦਾ ਆਪਣੇ ਆਪ ਨੂੰ ਉੱਥੇ ਕਹਿ ਸਕਦਾ ਮੇਰੀ ਚੱਲਦੀ ਹੈ, ਮੇਰੇ ਕੋਲ ਮਸਲ ਪਾਵਰ ਹੈ, ਤਾਂ ਗੌਰਮੈਂਟਾਂ ਤੇ ਸੱਤਾਧਾਰੀ ਧਿਰਾਂ ਜਿਹੜੀਆਂ ਨੇ ਉਹਦੇ ਤੋਂ ਅਲੱਗ ਕਿਹੜਾ ਵੈਲਿਊ ਸਿਸਟਮ ਸਿਰਜਿਆ ਜਾ ਰਿਹਾ, ਉਹਦੇ ਤੋਂ ਅਲੱਗ ਕਿਹੜਾ ਕਿਰਦਾਰ ਸਿਰਜਿਆ ਜਾ ਰਿਹਾ। ਤੁਸੀਂ ਨਾਰਾਜ਼ਗੀ ਹੈ ਫਾਈਟ ਦੀ, ਲੜਾਈ ਦੀ, ਉਹ ਲੜਾਈ ਬਾਹਰ ਆ ਕੇ ਰੜੇ ਮੈਦਾਨ ਲੜੀ ਜਾਊਗੀ, ਔਰ ਲੜੋ, ਉਹਦੇ 'ਚ ਲੜਨਾ ਚਾਹੀਦਾ। ਕੌਣ ਕਹਿੰਦਾ ਕਿ ਹਿਊਮਨ ਰਾਈਟਸ ਦੇ ਮੁੱਦੇ ਤੇ ਲੜਨਾ ਨਹੀਂ ਚਾਹੀਦਾ? ਪਰ ਉਹ ਲੜਨ ਦਾ ਮਤਲਬ ਇਹ ਨਹੀਂ ਕਿ ਮੈਂ ਤਾਂ ਐ ਕਰੂੰਗਾ, ਮੈਂ ਕਿਸੇ ਨੂੰ ਆਉਣ ਨਹੀਂ ਦੇਊਂਗਾ, ਜਾਣ ਨਹੀਂ ਦੇਊਂਗਾ, ਬਾਕੀ ਨਹੀਂ ਕਰੂੰਗਾ। ਜੇ ਮੈਨੇਜਮੈਂਟ ਕਮੇਟੀ ਇਨਵਾਈਟ ਕਰਦੀ ਹੈ ਕਿਸੇ ਨੂੰ, ਮੰਨ ਲਓ, ਤਾਂ ਮੈਨੇਜਮੈਂਟ ਕਮੇਟੀ ਇਨਵਾਈਟ ਕਰਦੀ ਹੈ ਤਾਂ ਉਹਦੀ ਵੀ ਕੀ ਬੁੱਕਤ ਹੈ? ਫਿਰ ਇਹਦਾ ਮਤਲਬ ਤੁਸੀਂ ਤਾਂ ਰੂਲ ਆਫ ਲਾ ਆਪ ਹੀ, ਤੁਹਾਡਾ ਲਾ ਨਹੀਂ ਕਿਤੇ ਚੱਲਦਾ। ਮੈਨੇਜਮੈਂਟ ਕਮੇਟੀ 'ਚ ਤੁਸੀਂ ਆ ਜਾਓ, ਉਸ ਤੋਂ ਬਾਅਦ ਜੇਕਰ ਉਹ ਠੀਕ ਨਹੀਂ ਲੱਗਦੀ, ਇੱਕ ਡੈਮੋਕ੍ਰੈਟਿਕ ਇਲੈਕਟਡ ਬਾਡੀ ਕੋਈ ਹੋਊਗੀ। ਹਾਲਾਂਕਿ ਮੈਨੇਜਮੈਂਟ ਕਮੇਟੀ 'ਚ ਆਉਣ ਲਈ ਵੀ ਬਹੁਤ ਕੁਝ ਚੱਲਦਾ ਹੈ, ਜਿਸ ਢੰਗ ਦੇ ਨਾਲ ਚੋਣਾਂ ਹੁੰਦੀਆਂ ਨੇ, ਜਿਸ ਢੰਗ ਦੇ ਨਾਲ ਬਾਕੀ ਚੀਜ਼ਾਂ ਚੱਲਦੀਆਂ ਨੇ, ਇਹ ਵੀ ਪ੍ਰਭਾਵਿਤ ਨੇ ਬਾਕੀ ਚੋਣਾਂ ਤੋਂ, ਬਾਕੀ ਹੋਰਾਂ ਜਿਹੜਾ ਬਾਹਰੀ ਮਾਹੌਲ ਹੈ ਉਹਦੇ ਤੋਂ। ਉੱਥੇ ਵੀ ਕੋਈ ਸਿਲੈਕਸ਼ਨ ਇਸ ਲੈਵਲ ਦੀ ਨਹੀਂ ਹੁੰਦੀ ਬਹੁਤ ਜ਼ਿਆਦਾ, ਜਿਹੜੇ ਕਿਰਦਾਰ ਬੁਲੰਦੀ ਦੀ ਗੱਲ ਕਰਦੀ ਹੋਵੇ ਉਸ ਮਾਮਲੇ ਦੇ ਵਿੱਚ।
ਇਹਦੇ ਨਾਲ ਅਕਸ ਵਿਗੜਦਾ ਇੱਕ ਕਮਿਊਨਿਟੀ ਦਾ। ਇਹ ਬਾਈ ਬਰਥ ਰਿਲੀਜਨ ਨਹੀਂ ਹੈ, ਇਹ ਰਿਲੀਜਨ ਕਮਾਈ ਤੋਂ ਬਾਅਦ ਬੰਦਾ ਸਿੱਖੀ 'ਚ ਦਾਖਲ ਹੁੰਦਾ, ਜੇ ਦਾਖਲ ਹੋਣਾ ਹੋਵੇ ਖਾਸ ਤੌਰ ਤੇ ਉਸ ਸਾਰੇ ਮਾਮਲਿਆਂ ਦੇ ਵਿੱਚ ਜਦੋਂ ਜਾਂਦਾ ਹੈ। ਤਾਂ ਇਹਦਾ ਮਤਲਬ ਉਹਦੇ ਕੁਝ ਗਿਣੇ ਚੁਣੇ ਪੈਰਾਮੀਟਰਜ਼ ਨੇ, ਉਹਨਾਂ ਪੈਰਾਮੀਟਰਜ਼ ਨੂੰ ਫੋਲੋ ਕਰਨਾ, ਜਿਹੜੇ ਮੇਜਰ ਪੈਰਾਮੀਟਰਜ਼ ਨੇ, ਉਹਦੇ ਤੋਂ ਬਿਨਾਂ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਉਸ ਮਾਮਲੇ ਦੇ ਵਿੱਚ। ਜੇ ਕਰਦੇ ਹੋ ਤਾਂ ਤੁਸੀਂ ਨਾ ਕੇਵਲ ਧਾਰਮਿਕ ਫਿਲਾਸਫੀ ਦੇ ਖਿਲਾਫ ਜਾ ਰਹੇ ਹੋ, ਉਹਦੀ ਇੱਕ ਮਰਿਆਦਾ ਦੇ ਖਿਲਾਫ ਜਾ ਰਹੇ ਹੋ, ਉਹਦੇ ਇੱਕ ਅਨੁਸ਼ਾਸਨ ਦੇ ਖਿਲਾਫ ਜਾ ਰਹੇ ਹੋ, ਤੇ ਨਾਲ ਦੀ ਨਾਲ ਤੁਸੀਂ ਇੱਕ ਇਮੇਜ ਜਿਹੜਾ ਪਗੜੀਧਾਰੀ ਬੰਦੇ ਦਾ, ਜਿਹਦੀ ਇੱਕ ਰਿਸਪੈਕਟ ਹੁੰਦੀ ਹੈ ਸਿੱਖੀ ਦੇ ਵਿੱਚ ਉਸ ਮਾਮਲੇ ਦੇ, ਉਹਨੂੰ ਵੀ ਡੈਂਟ ਕਰ ਰਹੇ ਹੋ, ਉਹਨੂੰ ਵੀ ਡੈਮੇਜ ਕਰਨ ਦੀ ਟਰਾਈ ਕਰ ਰਹੇ ਹੋ ਜਦੋਂ ਤੁਸੀਂ ਉਸ ਲੈਵਲ ਦੀਆਂ ਗੱਲਾਂ ਉਸ ਪਾਸੇ। ਔਰ ਈਵਨ ਦਲਜੀਤ ਸਿੰਘ ਬਿੱਟੂ ਨੇ ਕਿਤਾਬ ਲਿਖੀ ਹੈ ਜਿਹੜੀ ਇੱਕ ਪਹਿਲੀ, ਉਹਦੇ ਚ ਕਈ ਇੰਸਟਾਂਸਸ ਨੇ। ਇੰਸਟਾਂਸਸ ਜੇ ਸੀ ਵੀ ਜਿਹੜੇ ਬੰਦੇ ਉਹਨਾਂ ਦੇ ਵਿੱਚ ਵੀ ਇਹੋ ਜਿਹੇ ਸੀ ਨਾ ਜਿਹੜੇ ਪੱਕੇ ਧਾਰਮਿਕ ਜਾਂ ਉਸ ਲੈਵਲ ਤੇ, ਨਾਨਕ ਸਰ ਠਾਸ ਦੀ ਇੱਕ ਐਗਜ਼ਾਮਪਲ ਦਿੰਦੇ ਨੇ ਕਿ ਉਸ ਇਲਾਕੇ ਦਾ ਐਸਪੀ ਉਦੋਂ ਬੈਠਾ ਸੀਗਾ, ਉਹਨਾਂ ਕੋਲ ਮੌਕਾ ਸੀਗਾ ਉੱਥੇ ਅਟੈਕ ਕਰਨ ਦਾ। ਉਹ ਕਹਿੰਦੇ ਕਿਉਂ ਨਹੀਂ ਕੀਤਾ ਮੌਕਾ ਅਟੈਕ, ਕਿਉਂਕਿ ਉਹ ਕਹਿੰਦੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਫਿਰ ਜੇ ਹੁਣ ਐਂ ਹੀ ਕਰਨਾ ਫਿਰ ਤਾਂ ਨਹੀਂ ਠੀਕ, ਤੇ ਜਾਣ ਦਿੱਤਾ ਗਿਆ। ਫਿਰ ਇੱਕ ਹੋਰ ਵੱਡਾ ਅਫਸਰ ਜਿਹੜਾ ਬਹੁਤ ਜ਼ਿਆਦਾ ਜਿਹਨੇ ਮੁਕਾਬਲੇ ਕੀਤੇ ਸੀ ਤੇ ਉਹ ਚਲਾ ਗਿਆ, ਉਹ ਕਹਿੰਦਾ ਜੀ ਮੈਥੋਂ ਦੀ ਗੋਲੀ ਚੱਲੀ ਕਿਉਂਕਿ ਉਹ ਗੁਟਕਾ ਸਾਹਿਬ ਦਾ ਪਾਠ ਕਰ ਰਿਹਾ ਸੀ। ਕੁਝ ਬੰਦੇ ਇਹੋ ਜਿਹੇ ਹੁੰਦੇ ਨੇ। ਤਾਂ ਮਤਲਬ ਧਾਰਮਿਕ ਐਂਗਲ ਤੋਂ ਜਦੋਂ ਤੁਸੀਂ ਉਸ ਗੱਲ ਨੂੰ, ਜਿੱਥੇ ਭਾਈ ਘਨੱਈਆ ਦਾ ਕਨਸੈਪਟ ਹੈ, ਜਿੱਥੇ ਵੱਖ-ਵੱਖ ਮਾਮਲੇ ਨੇ, ਇਹ ਤਾਂ ਉਸ ਮੂਵਮੈਂਟ ਦੇ ਹੀ ਨੇ ਨਾ। ਉਹ ਸੱਜਣ ਜਿਹੜੇ ਰੋਕਦੇ ਹੋਣਗੇ ਉਹ ਇਹੀ ਦਾਅਵੇਦਾਰੀ ਕਰਦੇ ਹੋਣਗੇ ਕਿ ਅਸੀਂ ਤਾਂ ਜੀ ਇਸ ਕਰਕੇ ਤੇ ਸਿੱਖੀ ਦੇ ਲਈ ਲੜ ਰਹੇ ਹਾਂ। ਉਹ ਵੀ ਤਾਂ ਲੜ ਹੀ ਰਹੇ ਸੀ, ਉਹ ਤਾਂ ਉਦੋਂ ਘਰੋਂ ਬਾਹਰ ਸੀ, ਮਰਨ ਦੇ ਕਿਨਾਰੇ ਸੀ, ਸਾਰਾ ਕੁਝ ਸੀ। ਜੇ ਉਹ ਘਟਨਾਵਾਂ ਵਾਜਬ ਨੇ ਆਪਦੇ ਆਪ ਦੇ ਵਿੱਚ ਜਿਹੜੀਆਂ ਲਿਖੀਆਂ ਗਈਆਂ ਨੇ, ਕੀ ਉਹਨਾਂ ਨੂੰ ਵਡਿਆਇਆ ਜਾਣਾ ਚਾਹੀਦਾ ਜਾਂ ਇਹ ਕਹਿਣਾ ਚਾਹੀਦਾ ਮੂਰਖ ਬੰਦੇ ਨੇ, ਮੁਸ਼ਕਲ ਨਾਲ ਟਾਰਗੇਟ ਮਿਲਿਆ ਸੀ, ਇੱਥੋਂ ਬਾਹਰ ਕਿਉਂ ਆ ਗਏ? ਤੁਸੀਂ ਕਿਰਦਾਰ ਦੀ ਬੁਲੰਦੀ ਤੇ ਯਕੀਨ ਕਰੋਗੇ ਜਾਂ ਦੂਜੇ ਕਿਤੇ? ਇਹ ਡਿਸਾਈਡ ਕਰਨਾ ਪਏਗਾ ਸੰਵਾਦ ਦੇ ਤੌਰ ਦੇ ਉੱਤੇ ਪੂਰੇ ਭਾਈਚਾਰੇ ਨੂੰ। ਤੇ ਵੀ ਇਹਦੇ ਚ ਬਹੁਤ ਵੱਡੇ ਪੱਧਰ ਤੇ ਮੇਰੇ ਖਿਆਲ ਜਥੇਦਾਰ ਅਕਾਲ ਤਖਤ ਤੇ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਆਜ਼ਾਦ ਹਸਤੀਆਂ ਦੇ ਕੁਐਸਚਨ ਨੇ ਉੱਥੇ ਡਿਸਕਸ ਹੋਣੇ ਚਾਹੀਦੇ ਨੇ। ਧਰਮ ਪ੍ਰਚਾਰ ਕਮੇਟੀਆਂ ਦੇ ਵਿੱਚ ਜਾਂ ਕੋਈ ਇੰਟੈਲੈਕਚੁਅਲ ਉਹਨਾਂ ਦਾ ਕੋਈ ਐਡਵਾਈਜ਼ਰੀ ਹੋਵੇ, ਬੋਰਡ ਹੋਵੇ, ਜਿਹਦੇ ਚ ਸਾਰੀਆਂ ਗੱਲਾਂ ਡਿਸਕਸ ਕਰਨੀਆਂ ਚਾਹੀਦੀਆਂ ਨੇ ਤੇ ਸਭ ਤੋਂ ਇੰਪਲੀਮੈਂਟ ਵੀ ਹੋਣੀਆਂ ਚਾਹੀਦੀਆਂ। ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਜਿਹੜੀਆਂ ਸਾਡੀਆਂ ਵਿਦੇਸ਼ੀ ਧਰਤੀਆਂ ਤੇ ਗੁਰਦੁਆਰਾ ਸਾਹਿਬ ਆ, ਉਹਦੀਆਂ ਪ੍ਰਬੰਧਕ ਕਮੇਟੀਆਂ, ਉਹਦੇ ਕਥਾਵਾਚਕ, ਉਹਦੇ ਗ੍ਰੰਥੀ ਸਿੰਘ, ਉਹ ਜਿਹੜੀ ਉੱਥੇ ਨਵੀਂ ਪੀੜ੍ਹੀ ਪੈਦਾ ਹੋ ਰਹੀ ਆ, ਉਹਨਾਂ ਦੇ ਅੰਦਰ ਸਿੱਖੀ ਕਿਸ ਰੂਪ ਵਿੱਚ ਹੋ ਰਹੀਆਂ ਨੇ, ਸਾਡੀਆਂ ਵੈਲਿਊਜ਼, ਇਹ ਸਾਰੇ ਮਾਮਲੇ ਵੀ ਅਜੇ ਇੱਕ ਵਾਰੀ ਐਡਰੈਸ ਕਰਨ ਦੀ ਲੋੜ ਹੈ ਕਿ ਅਸੀਂ ਉੱਥੇ ਮੈਜ ਰਸਮਾਂ ਤੱਕ ਸੀਮਤ ਤਾਂ ਨਹੀਂ ਕਿਤੇ ਹੋ ਗਏ। ਸਿੱਖੀ ਦੇ ਸਹੀ ਸੰਦਰਭ ਵਿੱਚ ਅਰਥ ਨਵੇਂ ਬੱਚਿਆਂ ਨੇ ਉੱਥੇ ਜਿਹੜੇ ਜੰਮੇ ਪਲੇ ਨੇ ਉਹਨਾਂ ਨੇ ਸਮਝੇ ਹੈ ਕਿ ਨਹੀਂ, ਕਿਉਂਕਿ ਸਿਰਫ ਤੇ ਸਿਰਫ ਪ੍ਰਵੋਕ ਹੋਣਾ ਕਿਸੇ ਘਟਨਾ ਤੋਂ ਤੇ ਚੀਜ਼ਾਂ ਨੂੰ ਤੁਸੀਂ ਕਿਸੇ ਹੋਰ ਰੂਪ ਚ ਪੇਸ਼ ਕਰ ਦੇਣਾ, ਇਹ ਜ਼ਿੰਮੇਵਾਰੀ ਉਹਨਾਂ ਦੀ ਵੀ ਫਿਕਸ ਹੋਊਗੀ ਕਿ ਤੁਸੀਂ ਨਹੀਂ। ਮੇਰੇ ਖਿਆਲ ਤੇ ਮੈਂ ਤੁਹਾਨੂੰ ਵਿੱਚੋਂ ਕੱਟ ਕਰਨ ਲੱਗਿਆ, ਸਮਝੇ ਤਾਂ ਅਸੀਂ ਇੱਥੇ ਵੀ ਨਹੀਂ। ਅਸੀਂ ਸਿੱਖੀ ਦੀ ਸਿਧਾਂਤ ਛੱਡ ਕੇ ਅਸੀਂ ਕਿਸ ਪਾਸੇ ਤੁਰੇ ਹੋਏ ਹਾਂ ਜੀ। ਅਸੀਂ ਜਿਹੜੇ ਬੇਸਿਕ ਸਿਧਾਂਤ ਆ ਸਿੱਖੀ ਦੇ ਉਹ ਤਾਂ ਛੱਡ ਚੁੱਕੇ ਆ ਪੰਜਾਬ ਦੇ ਵਿੱਚ ਵੀ। ਜੇ ਅਸੀਂ ਜਾਤ ਪਾਤ ਦੇ ਨਾਂ ਤੇ ਗੁਰਦੁਆਰੇ ਬਣਾਤੇ, ਜਾਤ ਪਾਤ ਦੇ ਨਾਂ ਤੇ ਸ਼ਮਸ਼ਾਨ ਬਣਾਤੇ, ਤੇ ਅਸੀਂ ਪੰਜਾਬ ਦੇ ਵਿੱਚ ਕਿਸ ਸਿੱਖੀ ਦੀ ਗੱਲ ਕਰਦੇ ਹਾਂ? ਤੇ ਜਦੋਂ ਆਪਾਂ ਸਿੱਖ ਇੰਸਟੀਟਿਊਸ਼ਨ, ਸਿੱਖ ਸੰਸਥਾਵਾਂ ਦੀ ਗੱਲ ਕਰਦੇ ਹਾਂ, ਸਾਡੀ ਟ੍ਰੈਜਡੀ ਬਹੁਤ ਵੱਡੀ ਹੈ। ਸਾਡੀਆਂ ਸੰਸਥਾਵਾਂ ਵੱਡੀਆਂ, ਜਿਹੜੇ ਉਹਨਾਂ ਦੇ ਲੋਕ ਅਹੁਦੇਦਾਰ ਹੈਗੇ ਆ, ਉਹਨਾਂ ਦਾ ਕਿਰਦਾਰ ਕੁਐਸਚਨੇਬਲ, ਉਹ ਬਹੁਤ ਛੋਟੇ ਲੋਕ ਹੈਗੇ ਆ, ਉਹ ਉਹਨਾਂ ਸੰਸਥਾਵਾਂ ਦੇ ਹਾਣ ਦੇ ਹੈ ਨਹੀਂ ਗੇ। ਉਹ ਜਿਹੜਾ ਉਹ ਗੈਪ ਹੈ, ਉਹਦੇ ਵਿੱਚੋਂ ਇਹ ਸਾਰੀ ਕੰਟਰਾਡਿਕਸ਼ਨ ਨਿਕਲ ਰਹੀ ਹੈ। ਜੇ ਪੰਜਾਬ ਵਿੱਚ ਹੀ ਅਸੀਂ ਸਿੱਖੀ ਸਿਧਾਂਤ ਤੋਂ ਅਸੀਂ ਬਾਬੇ ਨਾਨਕ ਨੂੰ ਛੱਡ ਚੁੱਕੇ ਹਾਂ, ਜੇ ਅਸੀਂ ਬਾਬੇ ਨਾਨਕ ਨੂੰ ਛੱਡ ਚੁੱਕੇ ਹਾਂ ਤੇ ਅਸੀਂ ਬਾਹਰ ਦੇ ਸਿੱਖਾਂ ਨੂੰ ਕੀ ਸਿੱਖਿਆ ਦਿਆਂਗੇ? ਇੱਕ ਹੋਰ ਵੀ ਸਵਾਲ ਆ ਸਰਦਾਰ ਹਰਮੀਤ ਸਿੰਘ ਜੀ, ਇੰਜ ਨਹੀਂ ਕਿ ਜਿਹੜਾ ਇੰਟੈਲੈਕਚੁਅਲ ਹੈ, ਜਿਹੜਾ ਸਿੱਖਾਂ ਦੇ ਵਿੱਚ ਥੋੜਾ ਜਿਹਾ ਪੜ੍ਹਦਾ ਹੈ, ਵਿਚਾਰ ਕਰਦਾ ਹੈ, ਤਰਕ ਬਤਰਕ ਚ ਪੈਂਦਾ ਹੈ, ਉਹ ਗੁਰਦੁਆਰਿਆਂ ਦੀ ਪੋਲਿਟਿਕਸ ਵਿੱਚ ਜਾਣਾ ਹੀ ਨਹੀਂ ਚਾਹੁੰਦਾ। ਮੈਨੂੰ ਲੱਗਦਾ ਇੱਥੇ ਇੱਕ ਬੜਾ ਵੱਡਾ ਸੰਕਟ ਹੈ ਕਿ ਜਿਹੜਾ ਥੋੜਾ ਜਿਹਾ ਸਿਆਣਾ ਹੋ ਜਾਂਦਾ, ਜਿਹੜਾ ਸਮਝਦਾਰ ਹੋ ਜਾਂਦਾ, ਜਾਂ ਜਿਹੜਾ ਆਪਣੇ ਆਪ ਨੂੰ ਬਿਹਤਰ ਸਮਝਣ ਲੱਗ ਜਾਂਦਾ ਕਿ ਮੈਨੂੰ ਸਮਝ ਆ ਗਈ ਆ, ਉਹ ਗੁਰੂ ਘਰ ਨਾਲੋਂ ਥੋੜੀ ਡਿਸਟੈਂਸ ਵੀ ਬਣਾ ਜਾਂਦਾ ਕਿ ਯਾਰ ਇੱਥੇ ਆਪਾਂ ਇਹ ਸਾਨਾਂ ਦੇ ਭੇਡ ਚ ਕਿਉਂ ਪੈਣਾ, ਅਸੀਂ ਇੱਥੇ ਆਪ ਜੁੱਤੀ ਕਿਉਂ ਹੋਣਾ। ਇਹ ਵੀ ਇੱਕ ਕਾਰਨ ਹੈ ਕਿ ਸਾਡੇ ਬਹੁਤੇ ਬੰਦੇ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਹੈ, ਉਹ ਉਸ ਹੱਦ ਤੱਕ ਵਿਚਾਰ ਹੀ ਨਹੀਂ ਕਰ ਰਹੇ। ਨਹੀਂ, ਪ੍ਰਬੰਧਕਾਂ ਦੇ ਵਿੱਚ ਇਹ ਵੀ ਹੁੰਦਾ ਕਿ ਗੁਰਦੁਆਰਾ ਪ੍ਰਬੰਧ ਨੂੰ ਵੀ ਅਸੀਂ ਪਾਵਰ ਗੇਮ ਦਾ ਹਿੱਸਾ ਬਣਾ ਲਿਆ। ਨੰਬਰ 1 ਇਹਦੇ ਹੈ, ਜਿਵੇਂ ਬਾਕੀ ਇਲੈਕਟੋਰਲ ਸਿਸਟਮ ਹੈ ਨਾ ਕਿ ਉੱਥੇ ਜਾ ਕੇ ਪਾਵਰ ਇੰਜੋਏ ਕਰਾਂਗੇ, ਤੇ ਇਹਨੂੰ ਵੀ ਇਹੀ ਬਣਾ ਲਿਆ। ਇਸੇ ਦੇ ਵਿੱਚੋਂ ਬਾਕੀ ਚੀਜ਼ਾਂ ਨਿਕਲਦੀਆਂ ਨੇ। ਤੁਸੀਂ ਪ੍ਰਬੰਧਕ ਕਮੇਟੀ ਦੇ ਵਿੱਚ ਜਦੋਂ ਲੜਾਈਆਂ ਨਾਲ ਆਓਗੇ, ਜਦੋਂ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਆਓਗੇ ਮੇਰਾ ਗੁੱਟ ਤੇ ਤੇਰਾ ਗੁੱਟ,
ਤਾਂ ਫਿਰ ਉਹਦੇ ਚ ਫਿਲਾਸਫੀ ਤੇ ਵਿਚਾਰਧਾਰਾ ਰਹਿੰਦੀ ਹੋਣੀ ਕਿਸੇ ਨਾ ਕਿਸੇ। ਉਹਦੇ ਚ ਇਹੋ ਜਿਹੀਆਂ ਲੜਾਈਆਂ ਚੋਂ ਤੇ ਜੇ ਸ਼੍ਰੋਮਣੀ ਕਮੇਟੀ ਦੀ ਚੋਣ ਚ ਵੀ ਪੈਸੇ ਖਰਚ ਹੋਣੇ ਨੇ ਤੇ ਉੱਥੇ ਨਸ਼ੇ ਤੱਕ ਵੰਡਿਆ ਜਾਣਾ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ, ਤੇ ਜਦੋਂ ਵੀ ਚੋਣ ਹੁੰਦੀ ਹੈ, ਜਨਤਕ ਚੋਣ, ਜਨਰਲ ਚੋਣ ਜਦੋਂ ਹੁੰਦੀ ਹੈ, ਤਾਂ ਫਿਰ ਅਸੀਂ ਕੀ ਮਤਲਬ ਕਿਹੜਾ ਐਂਗਲ, ਅਸੀਂ ਕਿਹੜਾ ਕਿਰਦਾਰ ਰੱਖਾਂਗੇ? ਤੇ ਸਧਾਰਨ ਬੰਦੇ ਫਿਰ ਜਿਹੜੇ ਆਮ ਬੰਦੇ ਹੁੰਦੇ ਨੇ ਤੇ ਉਹ ਕਹਿੰਦੇ ਨੇ ਆਪਾਂ ਕੀ ਲੈਣਾ ਜੀ। ਜਿਵੇਂ ਆ ਦੂਜੀ ਸਿਆਸਤ ਚੋਂ ਵੀ ਤਾਂ ਬਹੁਤ ਸਾਰੇ ਬੰਦੇ ਦੂਰ ਹੋ ਜਾਂਦੇ ਨੇ ਵੀ ਆਪਾਂ ਕੀ ਲੈਣਾ, ਏਦਾਂ ਨਾ ਆਪਣੇ ਕੋਲ ਇੰਨਾ ਪੈਸਾ, ਨਾ ਆਪਾਂ ਇਹ ਕਰ ਸਕਦੇ ਹਾਂ, ਆਪਾਂ ਦੂਰ ਹੋ ਜਾਂਦੇ ਆ ਉਸ ਮਾਮਲੇ 'ਚ। ਉਹੀ ਪਾਵਰ ਗੇਮ ਦੇ ਵਿੱਚ ਜਦੋਂ ਧਾਰਮਿਕ ਬਾਡੀ 'ਚ ਵੀ ਫਿਰ ਪੋਲੀਟੀਕਲ ਕਬਜ਼ੇ ਦੇ ਤੌਰ ਤੇ ਉੱਤੇ ਵਪਾਰ ਉਸੇ ਢੰਗ ਦੇ ਨਾਲ ਟਰੀਟ ਕੀਤੀਆਂ ਜਾਂਦੀਆਂ ਨੇ, ਉਸੇ ਢੰਗ ਨਾਲ ਉਹਨਾਂ ਦੇ ਨਾਲ ਵਿਚਾਰ ਮਤਲਬ ਵਿਵਹਾਰ ਕੀਤਾ ਜਾਂਦਾ। ਇਹ ਸਾਰੀਆਂ ਗੱਲਾਂ ਹੀ ਜੁੜੀਆਂ ਹੋਈਆਂ ਨੇ ਆਪਸ ਦੇ ਵਿੱਚ। ਓਵਰਆਲ ਅਸੀਂ ਮੰਨਦੇ ਗੁਰਬਾਣੀ ਨੂੰ ਆ, ਅਸੀਂ ਮੰਨਦੇ ਉਸ ਜੀਵਨ ਜਾਂਚ ਨੂੰ ਆ ਜਿਹੜੇ ਗੁਰੂਆਂ ਦੇ ਵਾਰਸ ਬਣਦੇ ਆ, ਤੇ ਸਾਡੀ ਜੀਵਨ ਜਾਂਚ ਦੇ ਵਿੱਚ ਕਿਰਦਾਰ ਕੀ ਹੈ? ਕਰਪਸ਼ਨ ਦੇ ਮਾਮਲੇ ਦੇ ਵਿੱਚ, ਧੋਖਾਧੜੀ ਦੇ ਮਾਮਲੇ ਦੇ ਵਿੱਚ, ਜਿਹੜੇ ਟੌਪ ਪੋਜੀਸ਼ਨਾਂ ਦੇ ਵਿੱਚ ਬੰਦੇ ਨੇ, ਚਾਹੇ ਧਾਰਮਿਕ ਐਂਗਲ ਤੋਂ ਨੇ, ਚਾਹੇ ਸਿਆਸੀ ਐਂਗਲ ਤੋਂ, ਚਾਹੇ ਬਿਊਰੋਕਰੈਟਿਕ ਪੁਲਿਸ ਐਂਗਲ ਤੋਂ, ਕੋਈ ਬਖਰੇਵਾ ਹੈ? ਗੁਰਬਾਣੀ ਦੇ ਵਿੱਚ ਤਾਂ ਅਸੀਂ ਉਸ ਸੰਦੇਸ਼ ਨੂੰ ਮੰਨਦੇ ਆ ਨਾ ਜਿਹੜਾ ਕਹਿੰਦਾ ਵੀ ਇਹ ਪਾਪਾਂ ਨਾਲ ਹੀ ਇਕੱਠੀ ਹੁੰਦੀ ਹੈ ਬੰਦ ਦੌਲਤ ਤਾਂ। ਮਲਕ ਭਾਗੋ ਤੇ ਭਾਈ ਲਾਲੋ ਦਾ ਜਿਹੜਾ ਕੰਸੈਪਟ ਹੈ, ਜਿਹੜਾ ਅਸੀਂ ਜਨਰਲ ਕਰਦੇ ਆ ਕਿ ਬਾਪਾਂ ਵਾਜੋ ਹੋਵੇ ਨਾ ਹੀ ਮੋਇਆ ਸਾਰ ਨਾ ਜਾਏ, ਪਰ ਜਦੋਂ ਐਡੇ ਦੌਲਤ ਦੇ ਅੰਬਾਰ ਇਕੱਠੇ ਕਰਨ ਦੀ ਗੱਲ ਕਰਦੇ ਆ, ਬਹੁਤ ਵੱਡੇ, ਜ਼ਰੂਰਤਾਂ ਮਨੁੱਖ ਦੀਆਂ ਨੇ, ਜ਼ਰੂਰਤਾਂ ਪੂਰੀਆਂ ਕਰਨਾ ਅਲੱਗ ਚੀਜ਼ ਹੈ, ਗਰੀਡ ਪੂਰੀ ਕਰਨਾ ਅਲੱਗ ਚੀਜ਼ ਹੈ। ਤੁਸੀਂ ਅਗਵਾਈ ਕਿਹੜੀ ਚੀਜ਼ ਤੋਂ ਲੈ ਰਹੇ ਹੋ? ਇਹ ਸਭ ਤੋਂ ਬੜਾ ਕੁਐਸਚਨ ਹੈ ਸੱਚ। ਜਿਹੜੇ ਸੱਜਣ ਅਗਵਾਈ ਦੂਜੇ ਪਾਸਿਓਂ ਲੈ ਰਹੇ ਨੇ ਤੇ ਕਹਿਣ ਨੂੰ ਸਿੱਖ ਵੀ ਨੇ ਤੇ ਸਕਲ ਸੂਰਤ ਵੀ ਹੈ, ਤੇ ਉਹ ਸਿੱਖੀ ਦੀ ਸਪਿਰਿਟ ਛੱਡ ਚੁੱਕੇ ਨੇ। ਇਹਦਾ ਮਤਲਬ ਉਹਦੀ ਜਿਹੜੀ ਭਾਵਨਾ, ਉਹਦੀ ਜਿਹੜੀ ਰੂਹ ਹੈ, ਉਹਦੇ ਨਾਲ ਨਹੀਂ, ਉਹਦੇ ਨਾਲ ਕੰਪਰੋਮਾਈਜ਼ ਹੋ ਚੁੱਕੇ ਆ ਅਸਲ ਦੇ ਵਿੱਚ। ਇਹ ਪ੍ਰੋਬਲਮ ਜੋ ਆਉਣਗੀਆਂ, ਇਹ ਜੀਵਨ ਜਾਂਚ ਦੇ ਸਵਾਲ ਨੇ ਜੀ ਸਰਦਾਰ। ਇਹਦੇ ਨਾਲ ਇੱਕ ਐਡੀਸ਼ਨ ਹੋਰ ਕਰ ਦਿੰਦਾ, ਕਿਉਂਕਿ ਹੁਣ ਗੱਲ ਆਪਾਂ ਤੋਰ ਲਈ। ਪੰਜਾਬ ਦੇ ਕਈ IAS ਅਫਸਰ ਅੱਗੇ ਸੀਨੀਅਰ ਰਾਣਾ ਸਵਾਮੀਆਂ ਦੇ ਡੇਰੇ ਨਾਲ ਸੰਬੰਧਿਤ ਹੁੰਦੇ ਸੀਗੇ, ਉਹਨਾਂ ਦੇ ਡਿਵੋਟੀ ਸੀਗੇ, ਤੇ ਰਿਟਾਇਰਮੈਂਟ ਤੋਂ ਬਾਅਦ ਉੱਥੇ ਸੇਵਾ ਕਰਨ ਲੱਗ ਪੈਂਦੇ ਸੀ, ਕੋਈ ਨਾ ਕੋਈ ਜ਼ਿੰਮੇਵਾਰੀ ਸੰਭਾਲ ਲੈਂਦੇ ਸੀਗੇ। ਮੈਨੂੰ ਅੱਜ ਤੱਕ ਨਹੀਂ ਸਮਝ ਆਈ ਕਿ ਕਦੇ ਰਿਟਾਇਰਡ ਸਿੱਖ ਅਫਸਰ ਨੇ ਕਦੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਜ਼ਿੰਮੇਵਾਰੀ ਸੰਭਾਲੀ ਹੋਵੇ ਤੇ ਪਤਾ ਲੱਗਾ ਵੀ ਉਹ ਨੇੜੇ ਵੀ ਨਹੀਂ ਲੱਗਣ ਦਿੰਦੇ। ਦੋਵੇਂ ਗੱਲ ਹੈ, ਇੱਕ ਹੀ ਕਾਰਨ ਹੈ ਸਾਰੀ ਗੱਲ ਤੇ ਆ ਕੇ ਕਿ ਕੋਈ ਤਿਆਰ ਹੀ ਨਹੀਂ। ਵੱਡੀਆਂ ਵੱਡੀਆਂ ਸੰਸਥਾਵਾਂ ਜਿਨ੍ਹਾਂ ਦਾ ਬੁਰਾ ਹਾਲ ਹੈ, ਮੈਨੇਜ ਨਹੀਂ ਹੋ ਰਹੀਆਂ, ਲੇਕਿਨ ਜਿਹੜਾ ਇਹ ਐਸਪੈਕਟ ਹੈ ਮਿਸਿੰਗ ਹੈ ਸਾਰੀ ਗੱਲ ਤੇ ਆ ਕੇ। ਵੈਸੇ ਸਰਦਾਰ ਜਗਤਾਰ ਸਿੰਘ ਜੀ, ਇਹਦਾ ਇੱਕ ਮੈਨੂੰ ਲੱਗਦਾ ਰੂਹਾਨੀ ਨਾਲੋਂ ਦੁਨਿਆਵੀ ਪੱਖ ਵੀ ਬੜਾ ਅਹਿਮ ਆ ਕਿ ਜਿਹੜੇ ਰਾਧਾ ਸਵਾਮੀ ਖਾਸ ਤੌਰ ਤੇ ਬਿਆਸ ਦੇ ਵਿੱਚ ਜੋ ਮਾਹੌਲ ਹੈ, ਉਹ ਮਾਹੌਲ ਵਿਦੇਸ਼ ਵਰਗਾ, ਸੜਕਾਂ ਤੋਂ ਲੈ ਕੇ ਫੁੱਲ ਬੂਟਿਆਂ ਤੋਂ ਲੈ ਕੇ ਜਾਂ ਉਂਝ ਵੀ ਉਹਨਾਂ ਬਣਾਇਆ ਹੀ ਹੋਇਆ ਵਾ। ਤੇ ਉਹ ਮੈਨੂੰ ਲੱਗਦਾ ਜਿਹੜੇ ਅਫਸਰ ਵੀ ਨੇ ਉਹ ਚਾਹੁੰਦੇ ਨੇ ਕਿ ਅਸੀਂ ਇਸ ਮਾਹੌਲ 'ਚ ਰਹੀਏ, ਜਿਹੜਾ ਤਣਾਅ ਜ਼ਿੰਦਗੀ ਭਰ ਦੇ ਕਈ ਮੁਸ਼ਕਲਾਂ ਦਾ ਹੁੰਦਾ, ਉੱਥੇ ਜਾ ਕੇ ਸ਼ਾਇਦ ਉਹ ਕੱਟ ਵੀ ਹੋ ਜੇ। ਤੇ ਜਦੋਂ ਅਸੀਂ ਇੱਥੇ ਆਪਣੇ ਗੁਰੂ ਘਰਾਂ 'ਚ ਆਉਂਦੇ ਆ, ਅਸੀਂ ਜਿਹੜੀ ਸਾਡੀ ਆਰਕੀਟੈਕਚਰ ਤੋਂ ਲੈ ਕੇ ਬਾਕੀ ਚੀਜ਼ਾਂ, ਅਸੀਂ ਉਹਨਾਂ ਨੂੰ ਉਸ ਸਿੱਧਤ ਨਹੀਂ, ਉੱਥੋਂ ਗੁਰੂ ਕਾਲ ਤੋਂ ਸਿੱਧਤ ਨਹੀਂ ਲੈ ਕੇ ਆਏ। ਅਸੀਂ ਸਮੇਂ ਦੇ ਨਾਲ ਨਾਲ ਚੀਜ਼ਾਂ ਨੂੰ ਬਦਲ ਨਹੀਂ ਸਕੇ। ਅੱਜ ਕੱਲ ਤਾਂ ਇੱਕ ਵੈਸੇ ਨਾ ਤਾਂ ਕ੍ਰਿਟਿਸਾਈਜ਼ ਕੀਤਾ ਜਾ ਸਕਦਾ ਹੈ, ਨਾ ਕਰਨਾ ਬਣਦਾ ਹੈ, ਪਰ ਦਰਬਾਰ ਸਾਹਿਬ ਦੇ ਵਿੱਚ ਜੇ ਤੁਸੀਂ ਰੂਹਦਾਰੀ ਨਾਲ ਮੱਥਾ ਟੇਕਣਾ ਹੋਵੇ ਤਾਂ ਉਹ ਬੜਾ ਔਖਾ ਹੋ ਜਾਂਦਾ। ਜੇ ਤੁਸੀਂ ਦੋ ਪਲ ਲਈ ਅਰਦਾਸ ਵੀ ਕਰਨੀ ਹੋਵੇ, ਜਿਸ ਤਰੀਕੇ ਨਾਲ ਉੱਥੇ ਸੰਗਤ ਬਹੁਤ ਜ਼ਿਆਦਾ ਹੈ, ਤੇ ਉਹਦਾ ਪ੍ਰਬੰਧ ਕੀਤਾ ਵੀ ਕੀ ਜਾ ਸਕਦਾ, ਮੈਂ ਸੋਚਦਾ। ਸੋ ਇਹ ਵੀ ਕਈ ਹੈਗੇ। ਦੇਖੋ, ਨਹੀਂ ਮੈਂ ਕਿਹਾ ਪ੍ਰਬੰਧ ਤਾਂ ਕੀਤਾ ਜਾ ਸਕਦਾ। ਹੋਇਆ ਕੀ ਹੈ, ਜਦੋਂ ਤੁਸੀਂ ਗੁਰੂ ਘਰ ਨੂੰ ਟੂਰਿਸਟ ਸੈਂਟਰ ਬਣਾਤਾ, ਉਹਦੀ ਰੂਪਰੇਖਾ ਹੀ ਸਾਰੀ ਬਦਲਤੀ, ਤੇ ਉਹਦੇ ਕਰਕੇ ਇਹ ਸਿਚੁਏਸ਼ਨ ਪਹੁੰਚ ਗਈ ਉੱਥੇ। ਅੱਗੇ ਜਦੋਂ ਤੁਸੀਂ ਦਰਬਾਰ ਸਾਹਿਬ 'ਚ ਐਂਟਰ ਕਰਦੇ ਸੀ, ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਸੀਗੀ, ਤੁਹਾਡੀਆਂ ਜਿਹੜੀ ਉੱਥੇ ਵਾਈਬਸ ਆਉਂਦੇ ਸੀਗੇ ਬਹੁਤ ਪੋਜ਼ਿਟਿਵ ਹੁੰਦੀਆਂ ਸੀਗੀਆਂ। ਹੁਣ ਜਦੋਂ ਤੁਸੀਂ ਐਂਟਰ ਕਰਦੇ ਆ, ਉੱਥੇ ਸਿਰਫ ਸ਼ੋਰ ਸ਼ਰਾਬਾ ਹੁੰਦਾ। ਮੈਂ ਤਾਂ ਰਾਤ ਦੇ 12 ਵਜੇ 1 ਵਜੇ 2 ਵਜੇ ਮੈਂ ਬਹੁਤ ਟਾਈਮ ਕੱਢਿਆ ਉੱਥੇ, ਉਹ ਤਾਂ ਮਾਹੌਲ ਹੀ ਬਿਲਕੁਲ ਡਿਫਰੈਂਟ ਸੀ। ਹੁਣ ਜਦੋਂ ਜਾਈਦਾ ਤੇ ਉਹ ਦੇਖ ਕੇ ਹੈਰਾਨੀ ਹੁੰਦੀ ਹੈ। ਤੇ ਮੈਂ 3 ਮਹੀਨੇ ਪਹਿਲਾਂ ਬੈਠਾ ਸੀਗਾ ਕਿਸੇ ਸੈਕਸ਼ਨ ਦੇ ਵਿੱਚ, SGPC ਦੇ ਵਿੱਚ, ਤੇ ਉਹ ਕਹਿੰਦੇ ਸਾਨੂੰ ਤਾਂ 6 ਮਹੀਨੇ ਹੋ ਗਏ, ਅਸੀਂ ਖੁਦ ਵੀ ਮੱਥਾ ਨਹੀਂ ਟੇਕ ਸਕੇ। ਦੱਸੋ ਇੱਥੇ ਹਾਲਤ ਹੈ। ਸੋ ਜੋ ਟੋਟਲ ਤੁਸੀਂ ਰੂਪਰੇਖਾ ਬਣਾਈ ਹੈ, ਜਦੋਂ ਇਹਨੂੰ ਰੂਹਾਨੀਅਤ ਦੇ ਸੈਂਟਰ ਤੋਂ ਟੂਰਿਸਟ ਸੈਂਟਰ ਬਣਾਤਾ, ਤਾਂ ਜਿਹੜੀ ਉਹਦੀ ਸਪਿਰਿਟ ਹੈ ਉਹ ਡਾਇਲੂਟ ਹੁੰਦੀ ਚਲੀ ਗਈ, ਉੱਥੇ ਸਮੱਸਿਆ ਆ ਰਹੀ ਹੈ। ਵੈਸੇ ਸਰਦਾਰ ਹਰਮੀਤ ਸਿੰਘ ਜੀ, ਜਿਹੜੀ ਗੱਲ ਸਰਦਾਰ ਜਗਤਾਰ ਸਿੰਘ ਜੀ ਨੇ ਕੀਤੀ ਹੈ ਕਿ ਸਾਡੇ ਬਹੁਤ ਪ੍ਰੋਮੀਨੈਂਟ ਲੋਕ ਜਿਹੜੇ ਵੱਖ-ਵੱਖ ਅਹੁਦਿਆਂ ਤੇ
ਹੁੰਦੇ ਆ ਉਹਨਾਂ ਚੋਂ ਬਹੁ ਗਿਣਤੀ ਜਿਹੜੇ ਆ ਉਹ ਗੁਰੂ ਘਰਾਂ ਦੀ ਬਜਾਏ ਗੁਰੂ ਘਰ ਨਾਲੋਂ ਇੱਕ ਵਿੱਥ ਬਣਾ ਲੈਂਦੇ ਆ, ਸਗੋਂ ਜਿਸ ਦੂਜੇ ਸੈਕਟਰ ਉਹਨਾਂ ਵੱਲ ਖਿੱਚੇ ਜ਼ਿਆਦਾ ਜਾਂਦੇ ਆ ਜੀ। ਨਹੀਂ, ਮੈਨੂੰ ਐ ਨਹੀਂ ਲੱਗਦਾ ਕਿ ਦੂਜੇ ਸੈਕਟਰ ਵੱਲ ਉਹ ਮੈਨੇਜਮੈਂਟ ਉਹਨਾਂ ਕੋਲ ਨਹੀਂ ਹੈ। ਸਿੱਖੀ ਦੇ ਵਿੱਚ ਕੰਮ ਬਹੁਤ ਕਰਨ ਨੂੰ ਹੈ, ਔਰ ਗੁਰਦੁਆਰਾ ਤਾਂ ਜਿੰਨੇ ਫੰਕਸ਼ਨ ਕਰਦਾ ਬਾਕੀ ਕੋਈ ਉਹਨੇ ਫੰਕਸ਼ਨ ਕਰ ਨਹੀਂ ਸਕਦਾ। ਆਏ ਦਿਨ ਕੰਟੀਨਿਊ ਲੰਗਰ ਚੱਲਦਾ ਜਿਹੜਾ ਬਾਕੀ ਦੇ ਮੈਨੇਜਮੈਂਟਾਂ ਦੇ ਵਿੱਚ, ਫਿਰ ਜਿੱਡੀਆਂ ਸਰਾਵਾਂ ਨੇ, ਜਿੱਡਾ ਵੱਡਾ ਸਿਸਟਮ ਹੈ, ਤੇ ਬਾਕੀ ਡੇਰਿਆਂ 'ਚ ਉਹਨਾਂ ਨੇ ਲਾਇਆ ਹੋਇਆ ਕਿਰਤ ਕਰਾਉਣ ਤੇ ਪਰ ਕਿਰਤ ਵੀ ਫ੍ਰੀ ਕਰਾਉਣ ਤੇ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਨੇ। ਇਸ ਲਈ ਜਿਹੜੇ ਬੇਸਿਕ ਅੰਡਰਸਟੈਂਡਿੰਗ ਦਾ ਫਰਕ ਹੈ ਬੰਦੇ ਦੇ ਕਿਰਦਾਰ ਦਾ, ਉਹਦੀ ਕਿਰਤ ਦਾ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਦਾ, ਉਹਦੇ 'ਚ ਇਨਵੋਲਵਮੈਂਟ ਦਾ, ਜੇ ਇਹ ਡਿਸਕਸ ਕਰਦੇ ਆਪਾਂ, ਕੋਈ ਇੱਕ ਤੇ ਦੂਜੇ ਦਾ ਮੁਕਾਬਲੇ ਵਾਲੀ ਗੱਲ ਨਹੀਂ ਹੈ ਮੈਨੂੰ ਲੱਗਦਾ। ਪਰ ਹਾਂ, ਇਹ ਗੱਲ ਜ਼ਰੂਰ ਹੈ ਕਿ ਜੇਕਰ ਇੱਕ ਖਾਸ ਸਮੇਂ ਤੋਂ ਬਾਅਦ, ਕਿਉਂਕਿ ਸਾਡੇ ਕੋਲ ਜਿਹੜੀ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ, ਉਹ ਇਲੈਕਟਡ ਬਾਡੀ ਹੈ, ਉਹਦੇ 'ਚ ਕੁਰਬਾਨੀਆਂ ਹੋਈਆਂ ਨੇ, ਉਹ 'ਚ ਚੋਣ 'ਚ ਖੜੇ ਹੋਣਾ ਪੈਂਦਾ ਜੇ ਮੈਂਬਰ ਦੇ ਤੌਰ ਤੇ ਤੁਸੀਂ ਬਣਨਾ ਹੈ। ਵੈਸੇ ਹੀ ਜਾ ਕੇ ਤੁਹਾਨੂੰ ਕੋਈ ਨਹੀਂ ਲਾਊਗਾ ਉੱਥੇ, ਤੇ ਫਿਰ ਜਿਹੜੇ ਉਹਦੇ 'ਚ ਮੁਲਾਜ਼ਮ ਨੇ ਉਹਨਾਂ ਦੀ ਰਿਟਾਇਰਮੈਂਟ ਦੀ ਏਜ ਹੈ ਇੱਕ ਤੁਹਾਡੇ ਸਾਹਮਣੇ ਹੈ, ਉਹ ਉਸ ਏਜ ਤੋਂ ਬਾਅਦ ਰਿਟਾਇਰ ਹੁੰਦੇ ਨੇ, ਚਾਹੇ ਸੈਕਟਰੀ ਲਾ ਲਓ ਚਾਹੇ ਜਿਹੜਾ ਮਰਜੀ। ਇੱਕਾ ਦੁੱਕਾ ਤੁਸੀਂ ਲਾ ਸਕਦੇ ਹੋ, ਜੇਕਰ ਸਪੈਸ਼ਲ ਕੋਈ ਲਾਉਣਾ ਹੋਵੇ ਉਹ ਵੀ ਉਹ ਕਮੇਟੀ ਡਿਸਾਈਡ ਕਰੇਗੀ ਟੋਟਲੀ ਉਸ ਮਾਮਲੇ ਦੇ ਵਿੱਚ। ਦੂਜੇ ਪਰਸਨਲ ਟਾਈਪ ਡੇਰੇ ਤੇ ਸਿਸਟਮ ਨੇ ਹੋਰ ਟਾਈਪ ਦੇ, ਇਸ ਲਈ ਉਹਦੇ ਨਾਲ ਤਾਂ ਨਹੀਂ ਮੇਰੇ ਖਿਆਲ ਹੈ ਅਸੀਂ ਅੰਦਾਜ਼ਾ ਲਾ ਕੇ ਉਵੇਂ ਕਰ ਸਕਦੇ ਹੋ ਪੱਧਰ ਤੇ, ਜਾਂ ਫਿਰ ਉਸ ਪ੍ਰੋਸੈਸ ਰਾਹੀਂ ਆਉਣਾ ਪਏਗਾ ਤੁਹਾਨੂੰ, ਜਾਂ ਉਹਦੇ 'ਚ ਵੀ ਇੱਕ ਰਿਜ਼ਰਵੇਸ਼ਨ ਰੱਖ ਦਿਓ। ਫਿਰ ਜਿਵੇਂ ਲੰਮੇ ਸਮੇਂ 'ਚ ਜਾ ਕੇ ਔਰਤਾਂ ਤੇ ਦਲਿਤ ਲਈ ਰੱਖ ਲਈ ਕਿ ਰਿਟਾਇਰਡ ਬਿਊਰੋਕਰੇਟ ਵੀ ਆਉਣ, ਉਹਨਾਂ ਨੂੰ ਆਹ ਦੇਾਂਗੇ ਜੀ ਅਸੀਂ। ਇੱਥੇ ਦਾ ਮਤਲਬ ਹੈ ਕਿ ਤੁਸੀਂ ਸਿੰਪਲ ਸ਼ਰਧਾਲੂ ਦੀ ਤਰ੍ਹਾਂ ਆਓ, ਸੇਵਾ ਵੀ ਕਰੋ, ਬਾਕੀ ਚੀਜ਼ਾਂ ਵੀ ਕਰੋ। ਅਫਸਰੀ ਰਿਟਾਇਰ ਹੋਣ ਤੋਂ ਬਾਅਦ ਕੀ ਸੇਵਾ ਕੀਤੀ ਨਹੀਂ ਜਾ ਸਕਦੀ? ਕੀ ਸਾਡਾ ਔਰਾ ਉਦੋਂ ਅਲੱਗ ਟਾਈਪ ਦਾ ਸੀ, ਕੁਰਸੀ ਤੇ ਹੀ ਬੈਠਣਾ ਜਾ ਕੇ, ਇਦੋਂ ਬਿਨਾਂ ਕੋਈ ਗੱਲ ਨਹੀਂ ਹੈ। ਇਹ ਵੀ ਤਾਂ ਦੂਜਾ ਐਂਗਲ ਹੈ ਨਾ, ਤੁਹਾਡੀ ਆਪਣੀ ਭਾਵਨਾ ਦਾ ਵੀ ਤਾਂ ਕੁਐਸਚਨ ਹੈ। ਜਾ ਕੇ ਆਟੋਮੈਟਿਕਲੀ ਤੁਹਾਡੇ ਤੋਂ ਲੋਕ ਰਹਿ ਲੈਣਾ ਸ਼ੁਰੂ ਕਰ ਦੇਣਗੇ ਕਿਸੇ ਨਾ ਕਿਸੇ ਨੇ। ਸਰਦਾਰ ਮੈਂ ਜਵਾਬ ਦੇ ਰਿਹਾ ਪਹਿਲਾਂ। ਵਿਚਾਰੇ ਸੇਵਾ ਲਈ ਉਹ ਉੱਥੇ ਜਾ ਕੇ ਸਗੋਂ ਜੇਬ ਚੋਂ ਪੈਸੇ ਵੀ ਖਰਚਦੇ ਆ ਨਾਲ, ਮਤਲਬ ਉਹ ਉੱਥੇ ਕਿਸੇ ਇਸ ਤਰ੍ਹਾਂ ਨਹੀਂ ਜਾ ਰਹੇ, ਉਹ ਸਮਰਪਿਤ ਹੋ ਜਾਂਦੇ ਆ, ਉੱਥੇ ਸੇਵਾ ਕਰਦੇ ਆ, ਪੈਸੇ ਨਹੀਂ ਉਹਨਾਂ ਨੂੰ ਮਿਲਦੇ ਜੀ। ਐਸਜੀਪੀਸੀ ਪਾਵਰ ਇਲੈਕਟਡ ਕਲੀਅਰ ਕੱਟ ਕਰਨਾ, ਉੱਥੇ ਉਹਨਾਂ ਨੂੰ ਰਹਿਣ ਲਈ ਛੂਟ ਮਿਲਦਾ, ਘਰ ਮਿਲਦੇ ਨੇ, ਬਣਾ ਕੇ ਦਿੰਦੇ ਨੇ, ਸੈਪਰੇਟ ਸਿਸਟਮ ਹੈ। ਅੱਛਾ, ਤੇ ਇੱਥੇ ਸੈਪਰੇਟ ਸਿਸਟਮ ਹੋਵੇ ਨਹੀਂ ਹੈ। ਮੈਂ ਜਵਾਬ ਦੇ ਰਿਹਾ ਜੀ, ਮੈਂ ਜਵਾਬ ਦੇ ਰਿਹਾ, ਬਿਲਕੁਲ ਜਵਾਬ ਦੇ ਰਿਹਾ। ਐਸਜੀਪੀਸੀ ਸਿਰਫ ਗੁਰਦੁਆਰਾ ਦਾ ਪ੍ਰਬੰਧ ਨਹੀਂ ਹੈ। ਐਸਜੀਪੀਸੀ ਦੇ ਕਿੰਨੇ ਇੰਸਟੀਟਿਊਸ਼ਨਸ ਹੈ, ਕਿੰਨੇ ਹਸਪੀਟਲ, ਐਜੂਕੇਸ਼ਨ ਇੰਸਟੀਟਿਊਸ਼ਨਸ। ਹਸਪੀਟਲ ਦੇ ਵਿੱਚ ਜੇ 4 ਅਫਸਰ ਉੱਥੇ ਸੇਵਾ ਕਰਨ ਲੱਗ ਪੈਣ ਅੰਮ੍ਰਿਤਸਰ ਦੇ ਵਿੱਚ, ਉਹਦੀ ਰੂਪਰੇਖਾ ਬਦਲ ਜਾਵੇ। ਉਹਨੂੰ ਤਾਂ ਕੋਈ ਨਹੀਂ, ਉੱਥੇ ਇੰਪਲਾਈ ਦੀ ਲੋੜ ਨਹੀਂ ਗਈ, ਉੱਥੇ ਤਾਂ ਕੋਈ ਸਿਆਣਾ ਪ੍ਰਿੰਸੀਪਲ ਵੀ ਲੱਗਣ ਨੂੰ ਤਿਆਰ ਨਹੀਂ ਗਿਆ। ਹਾਲਤ ਇਹ ਹੈ, ਮੈਂ ਅੰਦਰ ਦੀ ਗੱਲ ਕਰ ਰਿਹਾ, ਵਿੱਚੋਂ ਦੀ ਇੰਨਾ ਐਸਪੈਕਟ ਹੈਗਾ। ਮੈਂ ਸਿਰਫ ਗੁਰਦੁਆਰਾ ਦੇ ਪ੍ਰਬੰਧ ਦੀ ਗੱਲ ਨਹੀਂ ਕਰ ਰਿਹਾ, ਮੈਂ ਐਸਜੀਪੀਸੀ ਦੇ ਪੂਰੇ ਤੰਤਰ ਦੀ ਗੱਲ ਕਰ ਰਿਹਾ। ਔਰ ਤੰਤਰ ਦੇ ਵਿੱਚ ਇੰਨਾ ਕੁਝ ਕਰਨ ਵਾਲਾ ਹੈਗਾ ਜਿੱਥੇ ਨਿਸ਼ਕਾਮ ਸੇਵਾ ਦੀ ਬਹੁਤ ਲੋੜ ਹੈ, ਔਰ ਉਹ ਕਿਸੇ ਨੂੰ ਨੇੜੇ ਲੱਗਣ ਦਿੰਦੇ ਹੀ ਨਹੀਂ। ਮੈਂ ਇਹ ਕਹਿਣਾ ਜੀ, ਤੁਸੀਂ ਠੀਕ ਕਹਿ ਰਹੇ ਹੋ। ਔਰ ਬਹੁਤ ਸਾਰੀ ਦਖਲਅੰਦਾਜ਼ੀ ਜਿਹੜੀ ਚੁਣੇ ਹੋਏ ਮੈਂਬਰਾਂ ਦੀ ਆ, ਔਰ ਦਖਲਅੰਦਾਜ਼ੀ ਇਸ ਹੱਦ ਤੱਕ ਕਿ ਜਿਹੜੇ ਪ੍ਰਬੰਧਕ ਆ ਉਹ ਮੀਨਿੰਗਲੈਸ ਹੋ ਕੇ ਰਹਿ ਜਾਂਦੇ ਆ। ਜਦੋਂ ਮੈਂਬਰ ਸਾਹਿਬ ਆ ਕੇ ਮੈਨੇਜਰ ਦੀ ਕੁਰਸੀ ਤੇ ਬਹਿ ਜਾਂਦੇ ਨੇ, ਪ੍ਰਿੰਸੀਪਲ ਦੀ ਮੇਨ ਕੁਰਸੀ ਤੇ ਨਾਲ ਕੁਰਸੀ ਢਾ ਕੇ ਫੈਸਲਾ ਆਪ ਲੈ ਲੈਣਗੇ, ਤਾਂ ਫਿਰ ਔਖਾ ਹੋ ਜਾਂਦਾ। ਜਾਂ ਅਸੀਂ ਇਹ ਕਹੀਏ ਕਿ ਤੁਸੀਂ ਆਪਣਾ ਮਤਲਬ ਇੰਡੀਪੈਂਡੈਂਟ ਕੰਮ ਕਰਨ ਦੇਣ ਦੀ ਇੱਕ ਜਿਹੜੀ ਸਥਿਤੀ ਹੁੰਦੀ ਆ ਉਹ ਨਹੀਂ ਪੈਦਾ ਹੋ ਪਾਉਂਦੀ। ਮੈਂ ਸਰਦਾਰ ਹਰਮੀਤ ਸਿੰਘ ਜੀ ਕੁਝ ਗੱਲ ਤਾਂ ਨਹੀਂ ਕਰਨੀ, ਮੈਂ ਅਗਲੇ ਮੁੱਦੇ ਤੇ ਚਲੇ ਜਾਵਾਂ। ਮੇਰਾ ਖਿਆਲ ਟਾਈਮ ਕਾਫੀ ਹੋ ਗਿਆ ਮੇਰੇ ਖਿਆਲ। ਮੈਂ ਇਹਦੇ ਤੇ ਕੇਵਲ ਇੰਨੀ ਉਹ ਗੱਲ ਕਰਦਾ, ਇੱਕ ਸੈਟਅਪ ਹੈ ਇਲੈਕਟੋਰਲ, ਉਹਨੂੰ ਸੁਧਾਰਨਾ ਜ਼ਰੂਰੀ ਹੈ, ਜਾਂ ਉਹਦੇ ਚ ਦਖਲ ਦੇਣਾ ਜ਼ਰੂਰੀ ਹੈ। ਉਦੋਂ ਬਾਅਦ ਜਾ ਕੇ ਤਾਂ ਕਿ ਉੱਥੇ ਇੱਕ ਉਹਦੇ ਜਨਰਲ ਹਾਊਸ ਹੋਣ ਲੱਗਣ, ਉੱਥੇ ਡਿਸਕਸ਼ਨ ਹੋਵੇ, ਸੰਵਾਦ ਹੋਵੇ, ਸੰਵਾਦ ਦੇ ਨਾਲ ਡਿਸੀਜਨ ਮੇਕਰ ਬਿਊਰੋਕਰੇਟ ਨਹੀਂ ਹੋ ਸਕਦਾ। ਉੱਥੇ ਜਾ ਕੇ ਡਿਸੀਜਨ ਮੇਕਰ ਉਹੀ ਹੋਣ। ਡਿਸੀਜਨ ਮੇਕਰ ਕਹਿ ਨਹੀਂ ਰਿਹਾ, ਨਹੀਂ ਮੈਂ ਨਹੀਂ, ਤੁਸੀਂ ਗਲਤ ਲੈ ਰਹੇ ਹੋ ਯਾਰ। ਉਸ ਤਰੀਕੇ ਦੀ ਹੈ, ਜਿੱਦਾਂ ਮਰਜ਼ੀ ਕੋਈ ਸਿਆਣਾ ਬੰਦਾ ਹੋਵੇ, ਜਿਹੜੇ ਇਲੈਕਟੋਰਲ ਡੈਮੋਕ੍ਰੇਸੀ ਦੀ ਜਵਾਬਦੇਹੀ ਦੇ ਕਨਸੈਪਟ ਨੇ, ਉਹਦਾ ਬਦਲ ਦੇ ਰੂਪ ਚ ਨਹੀਂ ਤੁਸੀਂ ਦੇਖ ਸਕਦੇ ਕਿਸੇ ਇੰਡੀਵਿਜੂਅਲ ਆਦਮੀ ਨੂੰ। ਨਹੀਂ, ਇੱਕ ਮਿੰਟ, ਮੇਰੀ ਗਲਤੀ ਸਾਰੀ ਗਲਤ ਲੈ ਕੇ ਤੁਸੀਂ। ਮੈਂ ਡਿਸੀਜਨ ਮੇਕਿੰਗ ਕਹਿ ਹੀ ਨਹੀਂ ਰਿਹਾ, ਮੈਂ ਤਾਂ ਸੇਵਾ ਕਰਨ ਦੀ ਗੱਲ ਕਰ ਰਿਹਾ। ਇੰਨੇ ਐਸਪੈਕਟ ਹੈਗੇ ਸੇਵਾ ਸੰਭਾਲਣ ਵਾਲੇ, ਤੂੰ ਸੇਵਾ ਤਾਂ ਸੰਭਾਲੋ ਉੱਥੇ। ਮੈਂ ਕਦੋਂ ਕਰੇਗਾ ਡਿਸੀਜਨ ਮੇਕਿੰਗ? ਇਹਨਾਂ ਨੇ ਕਰਨੀ ਹੈ। ਮੈਂ ਸੇਵਾ ਦੀ ਗੱਲ ਕਰ ਰਿਹਾ, ਤੁਸੀਂ ਗਲਤ ਲੈ ਰਹੇ ਹੋ ਇੰਟਰਪ੍ਰੀਟੇਸ਼ਨ ਸਾਰੀ। ਇਹਦੇ ਚ ਕੋਈ ਫਰਕ ਨਹੀਂ ਪੈਂਦਾ ਕਿ ਬਾਡੀ ਇਲੈਕਟਡ ਹੈ ਕਿ ਨਹੀਂ ਹੈ, ਸੇਵਾ ਕਰਨ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ।
ਹਾਂ, ਮਤਲਬ ਉਹ ਠੀਕ ਹੈ ਗੱਲ ਤੁਹਾਡੀ ਕਿ ਜੇ ਬਾਕੀ ਜਗ੍ਹਾ ਤੇ ਸੇਵਾ ਹੋ ਸਕਦੀ ਹੈ ਨਿਰਸਵਾਰਥ, ਇੱਥੇ ਕਰਨ ਵਾਲੇ ਲੋਕ ਝਿਜਕਦੇ ਕਿਉਂ ਆ? ਮਾਹੌਲ ਹੈ, ਕੀ ਹੈ ਇਹ? ਕੁਛ ਹੋ ਸਕਦੀ ਬਹਿਸ ਇੱਥੇ। ਪਰ ਸਰਦਾਰ ਜਗਤਾਰ ਸਿੰਘ ਜੀ, ਜਾਂਦੇ ਜਾਂਦੇ ਸਿਰਫ ਇੱਕ ਇੰਨੀ ਕੁ ਇਨਫੋਰਮੇਸ਼ਨ ਦੇ ਦਿਓ ਕਿ ਭਾਰਤ ਦੇ ਵਿਦੇਸ਼ ਮੰਤਰੀ ਜਦੋਂ ਜ਼ਿਕਰ ਕਰ ਰਹੇ ਸੀ ਕੈਨੇਡਾ ਔਰ ਇੰਡੀਆ ਦੇ ਰਿਸ਼ਤਿਆਂ ਦਾ, ਤੇ ਨਵਾਂ ਕੀ ਸੀ? ਨਵੀਆਂ ਇੱਕ ਗੱਲ ਬੜੀ ਕਲੀਅਰ ਕਰਤੀ ਉਹਨਾਂ ਨੇ ਪਹਿਲੀ ਵਾਰੀ। ਦੇਖੋ, ਜਦੋਂ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਗੱਲ ਕੀਤੀ ਤੇ ਸਾਡੇ ਬਿਲਕੁਲ ਚੁੱਪੀ ਛਾ ਗਈ ਸੀ ਵਰਚੁਅਲੀ, ਕੋਈ ਪੋਲੀਟੀਕਲ ਉਹਦਾ ਰਿਜੈਕਸ਼ਨ ਨਹੀਂ ਆਈ, ਕੁਛ ਨਹੀਂ। ਅਲਟੀਮੇਟਲੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਬਿਆਨ ਆਉਂਦਾ ਹੈ। ਕੱਲ ਪਹਿਲੀ ਵਾਰ ਸਾਡੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਹ ਮੰਨਿਆ ਕਿ ਜਸਟਿਨ ਟਰੂਡੋ ਨੇ ਪ੍ਰਾਈਵੇਟਲੀ ਵੀ ਗੱਲ ਕੀਤੀ ਸੀ। ਪ੍ਰਾਈਵੇਟਲੀ ਦਾ ਮਤਲਬ ਹੈ ਕਿ G20 ਦੇ ਜਦੋਂ ਆਏ ਸੀਗੇ ਉਦੋਂ ਉਹਨਾਂ ਨੇ ਗੱਲ ਕੀਤੀ ਸੀਗੀ। ਮੈਂ ਚੁੱਪੀ ਕਿਉਂ ਧਾਰੀ ਰੱਖੀ ਜਦੋਂ G20 ਤੇ ਗੱਲ ਹੋ ਗਈ ਸੀ? ਹੁਣ ਸਮਝ ਆਉਂਦੀ ਹੈ ਕਿ ਜਿਹੜਾ ਇਹਨਾਂ ਨੇ ਐਟੀਟਿਊਡ ਅਪਣਾਇਆ ਸੀਗਾ ਜਸਟਿਨ ਟਰੂਡੋ ਵੱਲ, ਕਿ ਉਹਨੂੰ ਬਿਲਕੁਲ ਬੇਰੁਖਾ ਆਪਣੇ ਵਰਤਾਰਾ ਉਹਦੇ ਨਾਲ ਕੀਤਾ ਗਿਆ, ਉਹਦੇ ਪਿੱਛੇ ਸੀ ਕੀ? ਹੁਣ ਇਹ ਪਹਿਲੀ ਵਾਰੀ ਗੱਲ ਖੁੱਲ ਕੇ ਆਉਂਦੀ ਹੈ। ਕਦੇ ਵੀ ਇਹ ਗੱਲ ਪ੍ਰਾਈਵੇਟਲੀ ਪਹਿਲਾਂ ਹੋ ਚੁੱਕੀ ਸੀ ਤੇ ਅਸੀਂ ਕਹਿਤਾ ਸੀਗਾ ਕਿ ਅਸੀਂ ਇਹ 'ਚ ਸਾਨੂੰ ਪ੍ਰੂਫ ਦਿਓ ਇਹਨਾਂ ਗੱਲਾਂ ਦੇ। ਇਹ ਸਾਡਾ ਵਰਤਾਰਾ ਨਹੀਂ ਹੈ, ਲੇਕਿਨ ਤੁਸੀਂ ਜੇ ਗੱਲ ਕੀਤੀ ਇਹਦੇ ਪ੍ਰੂਫ ਦਿਓ। ਇਹ ਪਹਿਲੀ ਵਾਰੀ ਮੰਨੇ। ਹੁਣ ਤੱਕ ਇਹਦੇ ਬਾਰੇ ਚੁੱਪੀ ਸੀਗੀ। ਇਹ ਨਵੀਂ ਗੱਲ ਸਭ ਤੋਂ ਵੱਡੀ ਇਹ ਹੈ। ਤੇ ਨਾਲ ਅਮਰੀਕਾ ਨੇ ਉਹਨਾਂ ਨੂੰ ਫਿਰ ਮੁੜ ਕੇ ਕਿਹਾ ਕਿ ਤੁਸੀਂ ਇਹਨਾਂ ਨਾਲ, ਅਮਰੀਕਾ ਦੇ ਨਾਲ, ਆਪਣੇ ਕੈਨੇਡਾ ਨਾਲ ਕੋਆਪਰੇਟ ਕਰੋ। ਹੁਣ ਗੱਲ ਖੁੱਲ ਗਈ ਦੋਵੇਂ ਪਾਸੇ ਕਿ ਸਿਚੁਏਸ਼ਨ ਆ ਹੈ। ਅਮਰੀਕਾ ਨੇ ਸਿੱਧਾ ਇਹਨਾਂ ਨੂੰ ਕਿਹਾ, ਇਹਨਾਂ ਦੇ ਮੂੰਹ ਤੇ, ਵੀ ਤੁਸੀਂ ਕੋਆਪਰੇਟ ਕਰੋ। ਔਰ ਇਹਨਾਂ ਨੇ ਮੰਨਿਆ ਕਿ ਸਾਡੇ ਨਾਲ ਜਸਟਿਨ ਟਰੂਡੋ ਨੇ ਪ੍ਰਾਈਵੇਟਲੀ ਪਹਿਲਾਂ ਗੱਲ ਕੀਤੀ ਸੀ। ਜੀ, ਅਸੀਂ ਕਾਫੀ ਸਮਾਂ ਲੰਘ ਆਏ ਅੱਗੇ। ਸਰਦਾਰ ਹਰਮੀਤ ਸਿੰਘ ਜੀ ਦਫ਼ਤਰ ਤੋਂ ਬਾਹਰ ਨੇ ਔਰ ਉਹਨਾਂ ਨੇ ਥੋੜਾ ਜਿਹਾ ਟਰੈਵਲ ਵੀ ਕਰਨਾ ਹੈ। ਮੈਨੂੰ ਲੱਗਦਾ ਸਰਦਾਰ ਹਰਮੀਤ ਸਿੰਘ ਜੀ ਖਤਮ ਕਰ ਦਈਏ ਫਿਰ, ਜੇ ਤੁਹਾਡੀ ਆਗਿਆ ਹੋਵੇ ਤਾਂ। ਕਰ ਦੋ, ਠੀਕ ਹੈ, ਬਹੁਤ ਟਾਈਮ ਹੋ ਗਿਆ। ਮਿਹਰਬਾਨੀ।